विधान सभा सैशन का शुरू करने का ऐलान करना। ਸਤਿਕਾਰਯੋਗ ਵਿਧਾਇਕ ਮੈਂਬਰ, ਸਤਿ ਸ੍ਰੀ ਅਕਾਲ। ਮੈਂ ਤੁਹਾਨੂੰ ਯੁਵਾ ਸੰਸਦ ਦੀ ਬੈਠਕ ਵਿੱਚ ਪਹੁੰਚਣ ਤੇ ਸਭ ਨੂੰ ਜੀ ਆਇਆਂ ਆਖਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਅੱਜ ਦੀ ਬੈਠਕ ਫਲਦਾਇਕ ਰਹੇਗੀ। ਅੱਜ ਦੀ ਬੈਠਕ ਦੀ ਕਾਰਵਾਈ ਵਿੱਚ ਸਭ ਤੋਂ ਪਹਿਲਾਂ ਨਵੇਂ ਚੁਣੇ ਗਏ ਮੈਂਬਰ ਸਹੁੰ ਚੁੱਕਣਗੇ ਜਾਂ ਪੁਸ਼ਟੀ ਕਰਨਗੇ। ਮੈਂ ਇਸ ਕੰਮ ਲਈ ਸੈਕਟਰੀ ਜਨਰਲ ਨੂੰ ਅਪੀਲ ਕਰਦਾ। Kirandeep Kaur, who stands elected from Bathinda constituency of Punjab, will now take oath of affirmation. Ms. Kirandeep, please. मैं किरणदीप कौर युवा विधान सभा के मैंबर चुने जाने तो बाद परमात्मा के नाम से सौं खांदी हाँ कि मैं स्थापित कानून द्वारा भारत के संविधान प्रति सच्चा विश्वास और वफादारी रखांगी। मैं प्रभु सत्ता ते अखंडता नूं बरकरार रखांगी। मैं मैनूं सौंपी गई ड्यूटी नूं वफादारी नाल निभावांगी। Shri Ashish, would you like to take oath of affirmation? Oath, please. In which language would you like to take oath? In Hindi. Okay, sir, proceed, please. मैं आशीष विधान सभा का सदस्य चुने जाने के बाद प्रण लेता हूं कि मैं कानून द्वारा स्थापित भारत के संविधान प्रति सच्ची आस्था और निष्ठा रखूंगा, कि मैं भारत की संप्रभुता और अखंडता को बनाए रखूंगा और मैं उस कर्तव्य का ईमानदारी से निर्वहन करूंगा जिस पर मैं प्रवेश करने वाला हूं। Stands elected from Jandiala constituency of Punjab will now take oath of affirmation. Ms. Akshita, please. Ms. Akshita, would you like to take oath of affirmation? Affirmation, please. In which language would you like to take affirmation? In English. Okay, madam, proceed, please. I, Akshita, having been elected a member of Youth Legislative Assembly, do affirm that I will bear true faith and allegiance to the Constitution of India as by law established, that I will uphold the sovereignty and integrity of India, and that I will faithfully discharge the duty which upon I am about to enter. ਮੇਰਾ ਫਰਜ਼ ਬਣਦਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਪਿਛਲੇ ਸਮਾਗਮ ਤੋਂ ਹੁਣ ਤੱਕ ਦੇ ਸਮੇਂ ਦੌਰਾਨ ਕਈ ਸਤਿਕਾਰਯੋਗ ਸ਼ਖਸੀਅਤਾਂ ਸਾਡੇ ਤੋਂ ਵਿਛੜ ਗਈਆਂ ਹਨ। ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇਕੱਤਰਤ ਹੋਏ ਹਾਂ। ਕੁਝ ਅਜਿਹੀਆਂ ਸ਼ਖਸੀਅਤਾਂ ਜੋ ਆਪਣੇ ਜੀਵਨ ਨੂੰ ਕੌਮ ਦੇ ਲੇਖੇ ਲਗਾ ਕੇ ਦੇਸ਼, ਸਮਾਜ ਅਤੇ ਸੂਬੇ ਦੀ ਸੇਵਾ ਵਿੱਚ ਬੜਮੁੱਲਾ ਯੋਗਦਾਨ ਪਾਉਂਦੇ ਹੋਏ ਸਾਨੂੰ ਸਦੀਵੀ ਵਿਛੋੜਾ ਦੇ ਗਈਆਂ ਨੇ। ਆਓ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਂਟ ਕਰੀਏ। ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪੰਜਾਬ, ਸੰਖੇਪ ਬਿਮਾਰੀ ਤੋਂ ਬਾਅਦ ਸਾਨੂੰ ਮਿਤੀ 25 ਅਪ੍ਰੈਲ 2023 ਨੂੰ ਸਦੀਵੀ ਵਿਛੋੜਾ ਦੇ ਗਏ ਨੇ। ਉਹਨਾਂ ਦਾ ਜਨਮ ਮਿਤੀ 8 ਦਸੰਬਰ 1927 ਨੂੰ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਅਬੁਲ ਖਰਾਣਾ ਵਿਖੇ ਹੋਇਆ। ਮੈਂ ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਬੇਨਤੀ ਕਰਦਾ ਹਾਂ
ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਦੁੱਖ ਸਹਿਣ ਦਾ ਬਲ ਬਖਸ਼ਣ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਥੰਮ ਸਨ ਅਤੇ ਪਾਰਟੀ ਵਿੱਚ ਬਹੁਤ ਹੀ ਸਤਿਕਾਰਯੋਗ ਸਥਾਨ ਰੱਖਦੇ ਸਨ। ਉਹ 75 ਸਾਲ ਪੰਜਾਬ ਦੀ ਰਾਜਨੀਤੀ ਵਿੱਚ ਛਾਏ ਰਹੇ। ਉਹਨਾਂ ਨੇ 5 ਵਾਰ ਸਾਲ 1970 ਤੋਂ 71, 77 ਤੋਂ 80, 1997 ਤੋਂ 2002, 2007 ਤੋਂ 2012 ਅਤੇ 2012 ਤੋਂ 2017 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਸੇਵਾ ਨਿਭਾਈ। ਉਹ 1970 ਵਿੱਚ ਸੰਸਦ ਮੈਂਬਰ ਬਣੇ ਅਤੇ ਕੇਂਦਰੀ ਖੇਤੀਬਾੜੀ ਅਤੇ ਸਿੰਚਾਈ ਮੰਤਰੀ ਬਣੇ। ਉਹ 11 ਵਾਰ 1956, 69, 72, 77, 80, 85, 97, 2002, 2007 ਅਤੇ 2012 ਅਤੇ 2017 ਤੱਕ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਚੁਣੇ ਗਏ। ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਰਪ੍ਰਸਤ ਰਹੇ ਅਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ। ਉਹਨਾਂ ਨੂੰ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਦੁਆਰਾ 30 ਮਾਰਚ 2015 ਵਿੱਚ ਪਦਮ ਵਿਭੂਸ਼ਣ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਤੇ ਮੈਂ ਇਸ ਮੌਕੇ ਸਦਨ, ਸਰਕਾਰ ਅਤੇ ਪੂਰੇ ਪੰਜਾਬ ਦੀ ਤਰਫ ਤੋਂ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ ਅਤੇ ਪ੍ਰਮਾਤਮਾ ਅੱਗੇ ਬੇਨਤੀ ਕਰਦਾ ਹਾਂ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ। ਮਾਨਯੋਗ ਸਪੀਕਰ ਸਾਹਿਬ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਇਸ ਜਹਾਨ ਤੋਂ ਤੁਰ ਜਾਣ ਨਾਲ ਇੱਕ ਯੋਗਦਾਨ ਹੋ ਗਿਆ। ਸਰ, ਪੰਜਾਬ ਦੇ ਗੌਰਵ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਰਾਜਨੀਤੀ ਵਿੱਚ ਕਦਮ ਆਪਣੇ ਜੱਦੀ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ। ਸਰਦਾਰ ਬਾਦਲ ਜੀ ਆਪਣੇ ਸਮੇਂ ਦੇ ਸਭ ਤੋਂ ਛੋਟੀ ਉਮਰ ਦੇ ਵਿਧਾਨ ਸਭਾ ਦੇ ਮੈਂਬਰ ਬਣੇ ਅਤੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਜੀ ਦਾ ਸਿਹਰਾ ਵੀ ਇਹਨਾਂ ਦੇ ਨਾਮ ਹੋਇਆ। ਉਹਨਾਂ ਨੇ ਸਿੱਖਾਂ ਦੀ ਪਹਿਚਾਣ ਲਈ ਭਾਰਤੀ ਸੰਵਿਧਾਨ ਦੇ ਆਰਟੀਕਲ 25-20 ਦੀਆਂ ਕਾਪੀਆਂ ਸੰਸਦ ਭਵਨ ਵਿੱਚ ਜਾ ਕੇ ਜਲਾਈਆਂ ਅਤੇ ਅਨੇਕਾਂ ਵਾਰ ਜੇਲ੍ਹ ਵੀ ਗਏ। ਉਹਨਾਂ ਦੀ ਮੌਤ ਨਾਲ ਪੰਜਾਬ ਨੂੰ ਪਏ ਵੱਡੇ ਘਾਟੇ ਦੇ ਸਮੇਂ ਅਸੀਂ ਸਮੂਹ ਪੰਜਾਬ ਵਾਸੀਆਂ ਦੇ ਨਾਲ ਖੜੇ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਹੁਣ ਮੈਂ ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਉਹ ਦੁੱਖ ਪ੍ਰਗਟ ਕਰਨ ਲਈ ਕੁਝ ਪਲ ਲਈ ਮੌਨ ਧਾਰਨ ਕਰਨ। ਸੈਕਟਰੀ ਜਨਰਲ ਸ਼ੋਕ ਸੰਦੇਸ਼ ਨੂੰ ਦੁਖੀ ਪਰਿਵਾਰ ਕੋਲ ਪਹੁੰਚਾਉਣ। ਜੀ ਸਰ। ਹੁਣ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਨਵੇਂ ਮੰਤਰੀਆਂ ਨਾਲ ਜਾਣ ਪਹਿਚਾਣ ਕਰਵਾਉਣ। ਮਾਨਯੋਗ ਸਪੀਕਰ ਸਾਹਿਬ, ਮੈਂ ਤੁਹਾਡੇ ਨਾਲ ਅਤੇ ਤੁਹਾਡੇ ਮਾਧਿਅਮ ਰਾਹੀਂ ਸਦਨ ਨਾਲ ਆਪਣੀ ਟੀਮ ਵਿੱਚ ਲਏ ਗਏ ਨਵੇਂ ਮੈਂਬਰਾਂ ਨਾਲ ਜਾਣ ਪਹਿਚਾਣ ਕਰਾਉਣ ਵਿੱਚ ਅਤਿਅੰਤ ਖੁਸ਼ੀ ਮਹਿਸੂਸ ਕਰਦਾ ਹਾਂ। ਨਿਸ਼ੂ ਰਾਣੀ, ਬਾਲ ਵਿਕਾਸ ਅਤੇ ਇਸਤਰੀ ਵਿਭਾਗ ਮੰਤਰੀ। ਅਰਵਿੰਦ ਕੁਮਾਰ, ਕਿਰਤ ਅਤੇ ਮਜ਼ਦੂਰ ਭਲਾਈ ਮੰਤਰੀ। ਹੁਣ ਪ੍ਰਸ਼ਨ ਕਾਲ ਸ਼ੁਰੂ ਹੁੰਦਾ ਹੈ। ਪ੍ਰਸ਼ਨ ਨੰਬਰ 201, ਮਿਸਟਰ ਬੀਰਬਲ। ਮਾਨਯੋਗ ਸਪੀਕਰ ਸਾਹਿਬ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਤੁਸੀਂ ਮੈਨੂੰ ਸਦਨ 'ਚ ਬੋਲਣ ਦਾ ਮੌਕਾ ਦਿੱਤਾ। ਸ੍ਰੀਮਾਨ ਜੀ, ਮੌਜੂਦਾ ਸਰਕਾਰ ਨੇ ਚੋਣ ਵਾਅਦਿਆਂ 'ਚ ਸਿਹਤ ਤੇ ਸਿੱਖਿਆ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਸੀ, ਪਰੰਤੂ 2 ਸਾਲ ਬੀਤ ਜਾਣ ਤੇ ਸਰਕਾਰ ਦੁਆਰਾ ਸੂਬੇ ਦੀਆਂ ਉੱਚ ਸਿੱਖਿਆ ਸੰਸਥਾਵਾਂ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਗਿਆ। ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਹੈ, ਪਰ ਅਧਿਆਪਕਾਂ ਦੀਆਂ ਅਸਾਮੀਆਂ ਬਹੁਤ ਹੀ ਘੱਟ ਨੇ। ਜੋ ਅਧਿਆਪਕ ਹਨ ਉਹਨਾਂ ਦੀਆਂ ਵੀ ਸਰਕਾਰ ਵੱਖ-ਵੱਖ ਸਮੇਂ ਤੇ ਅਲੱਗ-ਅਲੱਗ ਸਰਵੇਖਣ ਡਿਊਟੀ ਜਾਂ ਚੋਣ ਡਿਊਟੀ ਲਾ ਦਿੰਦੀ ਹੈ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਸ੍ਰੀਮਾਨ ਜੀ, ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਸੂਬੇ ਦਾ ਭਵਿੱਖ ਇਹਨਾਂ ਵਿਦਿਆਰਥੀਆਂ ਦੇ ਹੱਥ ਵਿੱਚ ਹੈ।
ਕਿਉਂਕਿ ਅੱਜ ਦੇ ਬੱਚੇ ਕੱਲ ਦੇ ਨੇਤਾ ਨੇ। ਜਿਨ੍ਹਾਂ ਵਿਦਿਆਰਥੀਆਂ ਨੂੰ ਸਿਹਤ ਤੇ ਗਿਆਨ ਪੱਖੋਂ ਮਜ਼ਬੂਤ ਕੀਤਾ ਜਾਏਗਾ, ਉਹਨਾਂ ਹੀ ਸਾਡਾ ਸੂਬਾ ਤਰੱਕੀ ਕਰੇਗਾ। ਮੈਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਸਰਕਾਰ ਵਿਦਿਆਰਥੀਆਂ ਦੇ ਅਨੁਪਾਤ ਦੇ ਅਨੁਸਾਰ ਕਾਲਜਾਂ ਵਿੱਚ ਅਸਾਮੀਆਂ ਨੂੰ ਵਧਾ ਕੇ ਇਹ ਅਸਾਮੀਆਂ ਭਰ ਰਹੀ ਹੈ? ਕੀ ਸਰਕਾਰ ਸਰਕਾਰੀ ਕਾਲਜਾਂ 'ਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਵੱਖ-ਵੱਖ ਅਧਿਆਪਕਾਂ ਨੂੰ ਪੱਕਾ ਕਰ ਰਹੀ ਹੈ? ਕੀ ਅਧਿਆਪਕਾਂ ਕੋਲੋਂ ਵਾਧੂ ਡਿਊਟੀਆਂ ਦੇ ਕੰਮਾਂ ਦੇ ਬੋਝ ਨੂੰ ਬੰਦ ਕੀਤਾ ਜਾਏਗਾ? ਹਾਂਜੀ, ਮਾਣਯੋਗ ਉੱਚ ਸਿੱਖਿਆ ਮੰਤਰੀ ਦਲਜੀਤ ਕੌਰ ਜੀ ਇਸ ਦਾ ਜਵਾਬ ਦੇਣਗੇ। थैंक यू सर। सर, मेरे साथी मेंबर ने बहुत ही महत्वपूर्ण विषय से गल की है जिस प्रति सरकार बहुत संजीदा है। मैं ਤੁਹਾਡੇ ਮਾਧਿਅਮ ਰਾਹੀਂ ਸਦਨ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਰਕਾਰ ਨੇ ਕਾਲਜਾਂ ਵਿੱਚ ਅਸਾਮੀਆਂ ਦੀ ਗਿਣਤੀ ਵਧਾਉਣ ਲਈ ਤਜਵੀਜ਼ ਤਿਆਰ ਕਰ ਲਈ ਹੈ। ਜਲਦੀ ਹੀ ਹਾਇਰ ਐਜੂਕੇਸ਼ਨ ਵਿਭਾਗ ਨੂੰ ਸਰਕਾਰ ਵੱਲੋਂ ਇਹ ਅਸਾਮੀਆਂ ਵਿੱਚ ਵਾਧਾ ਕਰਕੇ ਤੋਹਫਾ ਦਿੱਤਾ ਜਾਵੇਗਾ। ਜਿੱਥੋਂ ਤੱਕ ਖਾਲੀ ਅਸਾਮੀਆਂ ਦੀ ਮੰਗ ਹੈ, ਇਹ ਤਾਂ ਪਿਛਲੀਆਂ ਸਰਕਾਰਾਂ ਨੇ ਲਗਭਗ 20-22 ਸਾਲਾਂ ਤੋਂ ਨਹੀਂ ਭਰੀਆਂ। ਪਿਛਲੀ ਸਰਕਾਰ ਨੇ ਰਾਜਨੀਤਿਕ ਲਾਹਾ ਲੈਣ ਲਈ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਪਹਿਲਾਂ ਜਲਦਬਾਜ਼ੀ ਵਿੱਚ UGC ਦੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਲਗਭਗ 1200 ਨਾਗਰਿਕਾਂ ਦੇ ਭਵਿੱਖ ਨੂੰ ਦਾਅ ਤੇ ਲਾ ਦਿੱਤਾ। ਇਹਨਾਂ ਅਸਾਮੀਆਂ ਪ੍ਰਤੀ ਤਾਂ ਉਸੇ ਸਮੇਂ GNDU ਦੇ ਵਾਈਸ ਚਾਂਸਲਰ ਨੇ ਕਹਿ ਦਿੱਤਾ ਸੀ ਕਿ ਤੁਸੀਂ ਗਲਤ ਤਰੀਕੇ ਨਾਲ ਭਰਤੀ ਕਰ ਰਹੇ ਹੋ, ਇਹ ਭਰਤੀ ਪੂਰੀ ਨਹੀਂ ਹੋਣੀ। ਜੁਲਾਈ 2022 ਵਿੱਚ ਹਾਈ ਕੋਰਟ ਦੀ 88 ਸਫ਼ਿਆਂ ਦੀ ਜੱਜਮੈਂਟ ਆਈ ਕਿ ਕਿਵੇਂ ਮੰਤਰੀ ਨੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਉਸ ਵਿੱਚ ਲਿਖਿਆ ਗਿਆ, ਮੈਨੂੰ ਪਤਾ ਹੈ ਕਿ ਇਹਨਾਂ ਬੱਚਿਆਂ ਦੀ ਜ਼ਿੰਦਗੀ ਤਬਾਹ ਹੋਵੇਗੀ, ਪਰ ਇਹ ਭਰਤੀ ਗੈਰ ਕਾਨੂੰਨੀ ਤਰੀਕੇ ਨਾਲ ਕੀਤੀ ਗਈ ਹੈ, ਸੋ ਮੈਂ ਕਿਸੇ ਵੀ ਕੀਮਤ ਤੇ ਇਹਨਾਂ ਨੂੰ ਜੁਆਇਨ ਕਰਾਉਣ ਦੀ ਇਜਾਜ਼ਤ ਨਹੀਂ ਦੇ ਸਕਦਾ। ਪਰ ਸਾਡੀ ਸਰਕਾਰ ਜਲਦੀ ਹੀ ਅਸਾਮੀਆਂ ਸਹੀ ਮਾਧਿਅਮ ਰਾਹੀਂ ਭਰਨ ਜਾ ਰਹੀ ਹੈ। ਮੇਰੇ ਸਾਥੀ ਮੈਂਬਰ ਦਾ ਦੂਸਰਾ ਪ੍ਰਸ਼ਨ ਆ ਕੇ ਲੰਮੇ ਸਮੇਂ ਤੋਂ ਵੱਖ-ਵੱਖ ਕੈਡਰ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਰੈਗੂਲਰ ਕਰਨ ਸੰਬੰਧੀ। ਸਰ, ਅਸੀਂ ਇਹਨਾਂ ਨੂੰ ਹਰ ਹਾਲਤ ਰੈਗੂਲਰ ਕਰਨਾ ਚਾਹੁੰਦੇ ਹਾਂ, ਪਰ ਕਾਨੂੰਨੀ ਅੜਚਨਾਂ ਕਾਰਨ ਅਸੀਂ ਰੈਗੂਲਰ ਨਹੀਂ ਕਰ ਪਾ ਰਹੇ। ਅੰਤ ਵਿੱਚ ਮੈਂ ਅਧਿਆਪਕਾਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਡਿਊਟੀ ਬਾਰੇ ਕੀਤੇ ਪ੍ਰਸ਼ਨ ਬਾਰੇ ਦੱਸਦੀ ਹਾਂ। ਸਰ, ਇਹ ਕੰਮ ਜੋ ਅਸੀਂ ਕਰਨ ਜਾ ਰਹੇ ਹਾਂ, ਇਹ ਪਹਿਲੀਆਂ ਸਰਕਾਰਾਂ ਨੂੰ ਹੀ ਕਰ ਲੈਣਾ ਚਾਹੀਦਾ ਸੀ। ਸਰ, ਅਸੀਂ ਜਦੋਂ ਵੀ ਕੋਈ ਇਸ ਤਰ੍ਹਾਂ ਦੇ ਕੰਮ ਦਾ ਮੁੱਦਾ ਜਿਵੇਂ ਕਿ ਚੋਣ ਡਿਊਟੀ ਜਾਂ ਕੋਈ ਵੀ ਹੋਰ ਡਿਊਟੀ, ਉਸ ਲਈ ਇੱਕ ਨਵਾਂ ਡਿਪਾਰਟਮੈਂਟ ਬਣਾਉਣ ਜਾ ਰਹੇ ਹਾਂ। ਇਸ ਦੇ ਅਧਿਕਾਰੀ ਸਾਰਾ ਸਾਲ ਇਸ ਕਿਸਮ ਦੀਆਂ ਵਾਧੂ ਡਿਊਟੀਆਂ ਹੀ ਕਰਿਆ ਕਰਨਗੇ। ਹੁਣ ਇਕੱਲੇ ਅਧਿਆਪਕ ਹੀ ਨਹੀਂ, ਸਗੋਂ ਕਿਸੇ ਵੀ ਵਿਭਾਗ ਦੇ ਕਰਮਚਾਰੀ ਦੀ ਉਹਨਾਂ ਦੇ ਵਿਭਾਗ ਤੋਂ ਬਿਨਾਂ ਡਿਊਟੀ ਨਹੀਂ ਲਗਾਈ ਜਾਵੇਗੀ ਅਤੇ ਇਸ ਨਾਲ ਜਿੱਥੇ ਸਾਰੇ ਵਿਭਾਗਾਂ ਦੇ ਕੰਮ ਨਿਰਵਿਘਨ ਹੋਣਗੇ, ਉੱਥੇ ਹੀ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ। ਹਾਂਜੀ, ਐਨੀ ਸਪਲੀਮੈਂਟਰੀ ਕੁਐਸਚਨ। ਸਰ, ਕੀ ਕਾਨੂੰਨੀ ਅੜਚਨਾਂ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ? ਜੇ ਅਧਿਆਪਕ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਹਨ ਤਾਂ ਇਹ ਅਧਿਆਪਕ ਨਹੀਂ ਸਹੀ ਕੰਮ ਕਰ ਰਹੇ ਹਨ, ਪਰੰਤੂ ਜੇਕਰ ਇਹਨਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਮੰਗ ਆਉਂਦੀ ਹੈ ਤਾਂ ਕਾਨੂੰਨੀ ਅੜਚਨਾਂ ਦਾ ਬਹਾਨਾ ਆ ਜਾਂਦਾ। ਸਰ, ਕੀ ਸਰਕਾਰ ਇਹ ਅੜਚਨਾਂ ਦੂਰ ਕਰਕੇ ਇਹਨਾਂ ਅਧਿਆਪਕਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕਰ ਰਹੀ ਹੈ? ਹਾਂਜੀ ਮੰਤਰੀ ਜੀ। ਹਾਂਜੀ ਸਰ, ਇਹ ਅੜਚਨਾਂ ਦੂਰ ਕਰਨ ਦੀ ਨਿਰੋਲ ਜ਼ਿੰਮੇਵਾਰੀ ਸਰਕਾਰ ਦੀ ਹੈ। ਸਾਡੀ ਸਰਕਾਰ ਬਹੁਤ ਹੀ ਗੰਭੀਰਤਾ ਨਾਲ ਇਹਨਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਇੱਕ ਕਾਨੂੰਨ ਲੈ ਕੇ ਆ ਰਹੀ ਹੈ, ਜਿਸ ਨਾਲ ਕਾਨੂੰਨੀ ਅੜਚਨਾਂ ਖਤਮ ਹੋ ਜਾਣਗੀਆਂ ਅਤੇ ਸਾਰੇ ਅਧਿਆਪਕ ਰੈਗੂਲਰ ਹੋ ਜਾਣਗੇ। ਧੰਨਵਾਦ। ਜੀ, ਅਗਲਾ ਪ੍ਰਸ਼ਨ ਨੰਬਰ 202 ਇਸ ਰਜਨੀ ਜੀ। ਮਾਣਯੋਗ ਸਪੀਕਰ ਸਾਹਿਬ, ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਸਦਨ ਵਿੱਚ ਬੋਲਣ ਦਾ ਮੌਕਾ ਦਿੱਤਾ। ਸਰ, ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਮਾਈਨਿੰਗ ਨੀਤੀ ਨਾ ਬਣਾਏ ਜਾਣ ਦਾ ਕਾਰਨ ਪੁੱਛਣਾ ਚਾਹੁੰਦੀ ਹਾਂ, ਕਿਉਂਕਿ ਨੀਤੀ ਦੇ ਨਾ ਬਣਨ ਕਾਰਨ ਜਿੱਥੇ ਸੂਬੇ ਦਾ ਕ੍ਰੈਸ਼ੀ ਉਦਯੋਗ ਦਮ ਤੋੜ ਗਿਆ ਤੇ ਹਜ਼ਾਰਾਂ ਲੋਕਾਂ ਦੇ ਚੁੱਲ੍ਹੇ ਠੰਡੇ ਪੈ ਗਏ, ਲੋਕ ਆਰਥਿਕ ਕੰਗਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ, ਉੱਥੇ ਹੀ ਕ੍ਰੈਸ਼ਰ ਬੰਦ ਹੋਣ ਕਾਰਨ ਸਰਕਾਰੀ ਖਜ਼ਾਨੇ ਨੂੰ GST, ਵਾਤਾਵਰਣ ਰਾਇਲਟੀ ਅਤੇ ਹੋਰ ਆਮਦਨ ਦੇ ਸਾਧਨ ਬੰਦ ਹੋਣ ਕਾਰਨ ਵੱਡਾ ਘਾਟਾ ਪੈ ਰਿਹਾ। ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਇਹ ਨੀਤੀ ਕਦੋਂ ਬਣੇਗੀ? ਇਸ ਨੀਤੀ ਦੇ ਬਣਨ ਵਿੱਚ ਦੇਰੀ ਦਾ ਕੀ ਕਾਰਨ ਹੈ? ਹਾਂਜੀ, ਮਾਣਯੋਗ ਮਾਈਨਿੰਗ ਮੰਤਰੀ ਖੁਸ਼ੀ ਜੀ ਇਸ ਦਾ ਜਵਾਬ ਦੇਣਗੇ।
ਥੈਂਕ ਯੂ ਸਰ। ਮਾਨਯੋਗ ਸਪੀਕਰ ਸਾਹਿਬ, ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਨੀਤੀ ਨੂੰ ਬਣਾਉਣ ਵਿੱਚ ਕੁਝ ਦੇਰੀ ਹੋਈ ਹੈ, ਪਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਨੂੰ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਸਰਵੇਖਣ ਕਰਵਾਏ ਜਾ ਰਹੇ ਹਨ ਤਾਂ ਕਿ ਇੱਕ ਅਜਿਹੀ ਨੀਤੀ ਬਣ ਕੇ ਤਿਆਰ ਹੋਵੇ ਜਿਸ ਨਾਲ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਹੋਵੇ, ਸੂਬੇ ਦੀ ਧਰਤੀ ਨਸ਼ਟ ਨਾ ਹੋਵੇ ਅਤੇ ਇਸ ਦੇ ਨਾਲ ਹੀ ਨਜਾਇਜ਼ ਮਾਈਨਿੰਗ ਨੂੰ ਰੋਕਿਆ ਜਾ ਸਕੇ। ਸਰਕਾਰ ਵੱਲੋਂ ਲੋਕਾਂ ਨੂੰ ਇਸ ਨੀਤੀ ਤੋਂ ਜਲਦ ਹੀ ਫਾਇਦਾ ਪ੍ਰਾਪਤ ਹੋਵੇਗਾ। ਥੈਂਕ ਯੂ ਸਰ। अगला प्रश्न नंबर 203 मिस मुस्कान जी। ਮਾਨਯੋਗ ਸਪੀਕਰ ਸਾਹਿਬ, ਮੇਰਾ ਸਰਕਾਰ ਨੂੰ ਸਵਾਲ ਅੱਜ ਦੇ ਸਮੇਂ ਵਿੱਚ ਆ ਰਹੀ ਆਵਾਜਾਈ ਦੀ ਸਮੱਸਿਆ ਨੂੰ ਲੈ ਕੇ ਹੈ। ਮੇਰਾ ਪ੍ਰਸ਼ਨ ਸਰਕਾਰ ਨੂੰ ਪੰਜਾਬ ਦੀ ਆਵਾਜਾਈ ਲਈ PRTC ਯੂਨੀਅਨ ਬੱਸਾਂ ਦੇ ਨਿਯਮਾਂ 'ਚ ਕੀਤੇ ਬਦਲਾਅ ਨੂੰ ਲੈ ਕੇ ਪੈਦਾ ਹੋ ਰਹੀਆਂ ਮੁਸੀਬਤਾਂ ਬਾਰੇ ਹੈ। ਮੈਂ ਸਰਕਾਰ ਨੂੰ ਇਹ ਸਵਾਲ ਕਰਨਾ ਚਾਹੁੰਦੀ ਹਾਂ ਕਿ ਸਰਕਾਰ ਇਸ ਆਮ ਮੁੱਦੇ ਵੱਲ ਧਿਆਨ ਦੇ ਰਹੀ ਹੈ। ਜੇ ਹਾਂ ਤਾਂ ਇਸ ਲਈ ਕੀ ਉਪਾਅ ਕੱਢਿਆ ਹੈ, ਜੇ ਨਹੀਂ ਤਾਂ ਕਿਉਂ? ਸਰਕਾਰੀ ਬੱਸਾਂ ਵਿੱਚ ਔਰਤਾਂ ਦਾ ਮੁਫਤ ਸਫ਼ਰ ਬੇਸ਼ੱਕ ਇੱਕ ਸ਼ਲਾਘਾਯੋਗ ਕਦਮ ਹੈ। ਇਸ ਨਾਲ ਪਾਸ ਹੋਲਡਰ ਵਿਦਿਆਰਥੀ ਅਤੇ ਕਰਮਚਾਰੀਆਂ ਨੂੰ ਜੋ ਪਰੇਸ਼ਾਨੀਆਂ ਆ ਰਹੀਆਂ ਉਸ ਦਾ ਕੀ? 52 ਸੀਟਾਂ ਅਨੁਸਾਰ 52 ਸਵਾਰੀਆਂ ਦਾ ਬੈਠਣ ਦਾ ਨਿਯਮ ਬੇਸ਼ੱਕ ਸੁਰੱਖਿਆ ਪੱਖੋਂ ਠੀਕ ਹੈ, ਪਰ ਪਾਸ ਹੋਲਡਰ ਵਿਦਿਆਰਥੀ ਅਤੇ ਕਰਮਚਾਰੀਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਸਮੇਂ ਸਿਰ ਕੰਮਾਂ ਕਾਰਾਂ ਜਾਂ ਘਰਾਂ ਨੂੰ ਨਹੀਂ ਪਹੁੰਚ ਰਹੇ। ਇਸ ਗੱਲ ਪਿੱਛੇ ਹੜਤਾਲਾਂ ਤੇ ਕਈ ਰੋਸ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ। ਜੇਕਰ ਔਰਤਾਂ ਦੀ ਸਹੂਲਤਾਂ ਲਈ ਕਦਮ ਚੁੱਕੇ ਜਾ ਰਹੇ ਨੇ ਤਾਂ ਮਰਦਾਂ ਨਾਲ ਇਸ ਸਮਾਜ ਵਿੱਚ ਭੇਦਭਾਵ ਕਿਉਂ, ਜਦਕਿ ਉਹਨਾਂ ਵੱਲੋਂ ਪਾਸ ਲਈ ਕਿਰਾਇਆ ਵੀ ਭਰਿਆ ਜਾਂਦਾ ਹੈ ਅਤੇ ਖੱਜਲ ਹੋ ਕੇ ਪਾਸ ਬਣਾਇਆ ਜਾਂਦਾ ਹੈ। ਮੈਂ ਸਰਕਾਰ ਤੋਂ ਇਹ ਸਵਾਲ ਦਾ ਜਵਾਬ ਮੰਗਣਾ ਚਾਹੁੰਦੀ ਹਾਂ ਕਿ ਸਰਕਾਰ ਇਸ ਪੱਖ ਦੀ ਸਮੱਸਿਆ ਲਈ ਕੀ ਹੱਲ ਕਰ ਰਹੀ ਹੈ। मानयोग ट्रांसपोर्ट मंत्री मिस नवनीत कौर जी। मानयोग स्पीकर साहिब, विरोधी धिर ਵੱਲੋਂ ਪੁੱਛੇ ਗਏ ਸਵਾਲ ਕਿ ਕੀ ਸਰਕਾਰ PRTC ਯੂਨੀਅਨਾਂ ਵੱਲੋਂ ਬੱਸਾਂ ਦੇ ਨਿਯਮਾਂ 'ਚ ਕੀਤੇ ਬਦਲਾਅ ਕਾਰਨ ਆਈਆਂ ਸਮੱਸਿਆਵਾਂ ਦਾ ਕੀ ਹੱਲ ਕਰ ਰਹੀ ਹੈ, ਤਾਂ ਸਰ ਮੈਂ ਸਦਨ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਸੁਰੱਖਿਆ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਨੀਅਨ ਵੱਲੋਂ 52 ਸੀਟਾਂ ਤੇ 52 ਸਵਾਰੀਆਂ ਦਾ ਨਿਯਮ ਲਾਗੂ ਕੀਤਾ ਗਿਆ ਸੀ, ਪਰੰਤੂ ਲੋਕਾਂ ਦੁਆਰਾ ਇਸ ਖਿਲਾਫ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਜਦ ਹੀ ਇਸ ਦੀ ਖਬਰ ਸਰਕਾਰ ਨੂੰ ਹੋਈ ਤਾਂ ਅਸੀਂ ਯੂਨੀਅਨ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਿਆ ਤੇ ਲੋਕਾਂ ਨੂੰ ਫਿਰ ਤੋਂ ਬੱਸ ਵਿੱਚ ਖੜ ਕੇ ਸਫ਼ਰ ਕਰਨ ਦੀ ਇਜਾਜ਼ਤ ਦੇ ਦਿੱਤੀ ਤਾਂ ਜੋ ਵਿਦਿਆਰਥੀ ਅਤੇ ਕਰਮਚਾਰੀ ਸਮੇਂ ਸਿਰ ਆਪਣੇ ਅਦਾਰਿਆਂ ਵਿੱਚ ਪਹੁੰਚ ਸਕਣ। ਸਰ, ਇਸ ਤੋਂ ਇਲਾਵਾ ਅਸੀਂ ਪੰਜਾਬ ਰੋਡਵੇਜ਼ ਦੀਆਂ 250 ਨਵੀਆਂ ਬੱਸਾਂ ਜੂਨ 2024 ਤੱਕ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ ਅਤੇ ਨਵੀਆਂ ਬੱਸਾਂ ਦਾ ਆਰਡਰ ਵੀ ਦੇ ਦਿੱਤਾ ਹੈ। ਸਾਡੇ ਲੋਕਾਂ ਦੀ ਸੁਰੱਖਿਆ ਸਾਡੀ ਸਰਕਾਰ ਪਹਿਲ ਦੇ ਆਧਾਰ ਤੇ ਧਿਆਨ ਵਿੱਚ ਰੱਖਦੀ ਹੈ। ਸਰ, ਜਿੱਥੋਂ ਤੱਕ ਫ੍ਰੀ ਕਿਰਾਏ ਦਾ ਸਵਾਲ ਹੈ ਤਾਂ ਮੈਂ ਮਾਣਯੋਗ ਸਾਥੀ ਮੈਂਬਰਾਂ ਨੂੰ ਇਹ ਦੱਸਣ ਵਿੱਚ ਅਤਿਅੰਤ ਖੁਸ਼ੀ ਮਹਿਸੂਸ ਕਰਾਂਗੀ ਕਿ ਸਾਡੀ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਸਿਰਫ ਔਰਤਾਂ ਹੀ ਨਹੀਂ ਸਗੋਂ ਪੂਰੇ ਸਮਾਜ ਲਈ ਫ੍ਰੀ ਸਫ਼ਰ ਸਹੂਲਤ ਦੇਣ ਦੀ ਤਜਵੀਜ਼ ਹੈ। ਧੰਨਵਾਦ। ਹਾਂਜੀ, ਅਗਲਾ प्रश्न नंबर 204 श्री सुखबीर सिंह जी। मानयोग स्पीकर साहब, आप जी का धन्यवाद कि तुसीं मैनूं सदन विच बोलण दा मौका दित्ता। मैं मंत्री जी नूं ये अपील करदा हां कि वो सदन नूं दस्सण कि बठिंडा दे थर्मल प्लांट ते झीलां नूं एक टूरिज्म हब दे रूप विच विकसित करने लई सरकार कोल कोई प्रपोजल है, जेकर है तो फिर कदों तक बन के तैयार हो जाए। मानयोग सभ्याचार ਅਤੇ ਸੈਰ ਸਪਾਟਾ ਮੰਤਰੀ ਮਿਸ ਨੇਹਾ ਜੀ। ਮਾਨਯੋਗ ਸਪੀਕਰ ਸਾਹਿਬ, ਮੈਂ ਵਿਧਾਇਕ ਸਾਹਿਬ ਦੇ ਪ੍ਰਸ਼ਨ ਦੇ ਸੰਬੰਧ ਵਿੱਚ ਸਦਨ ਨੂੰ ਦੱਸ ਦੇਣਾ ਜ਼ਰੂਰੀ ਸਮਝਦੀ ਹਾਂ ਕਿ ਬਠਿੰਡਾ ਮਾਲਵੇ ਦਾ ਅਤੀ ਮਹੱਤਵਪੂਰਨ ਸ਼ਹਿਰ ਹੈ। ਇਸ ਲਈ ਸਰਕਾਰ ਦੀ ਬਠਿੰਡਾ ਵਿਖੇ ਥਰਮਲ ਪਲਾਂਟਾਂ ਅਤੇ ਝੀਲਾਂ ਨੂੰ ਟੂਰਿਜ਼ਮ ਹੱਬ ਅਤੇ ਵਾਟਰ ਸਪੋਰਟਸ ਹੱਬ ਬਣਾਉਣ ਦੀ ਤਜਵੀਜ਼ ਹੈ ਤੇ ਮੈਨੂੰ ਸਦਨ ਨੂੰ ਦੱਸਦੇ ਹੋਏ ਅਤਿਅੰਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਝੀਲਾਂ ਵਿੱਚ ਤਾਂ ਡਰਾਇੰਗ ਨਰਸਰੀ ਬਣਾਉਣ ਦਾ ਕੰਮ ਸ਼ੁਰੂ ਵੀ ਹੋ ਗਿਆ ਹੈ। ਇੰਨਾ ਹੀ ਨਹੀਂ ਸਗੋਂ ਸਰਕਾਰ ਝੀਲਾਂ ਵਿੱਚ ਐਂਟਰਟੇਨਮੈਂਟ ਲਈ ਵੀ ਵਾਟਰ ਸਪੋਰਟਸ ਵੀ ਸ਼ੁਰੂ ਕਰਨ ਜਾ ਰਹੀ ਹੈ। ਸਰ, ਥਰਮਲ ਦੀਆਂ ਚਿਮਨੀਆਂ ਨੂੰ ਸਰਕਾਰ ਹਿਸਟੋਰੀਕਲ ਮੋਨੂਮੈਂਟ ਦੇ ਤੌਰ ਤੇ ਰੱਖ ਕੇ
ਟੂਰਿਜ਼ਮ ਹੱਬ ਬਣਾ ਰਹੀ ਹੈ, ਕਿਉਂਕਿ ਇਹ ਸਾਡੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਪੰਜਾਬ ਦਾ ਪਹਿਲਾ ਥਰਮਲ ਪਲਾਂਟ ਸੀ। ਤੇ ਜਿੱਥੋਂ ਤੱਕ ਸਵਾਲ ਸਮੇਂ ਦਾ ਹੈ ਤਾਂ ਸਰ ਅਜਿਹੇ ਕੰਮਾਂ ਵਿੱਚ ਸਮਾਂ ਤਾਂ ਜ਼ਰੂਰ ਲੱਗਦਾ ਹੈ, ਪਰ ਅਸੀਂ ਪਹਿਲ ਦੇ ਆਧਾਰ ਤੇ ਕਰ ਰਹੇ ਹਾਂ ਅਤੇ 2024 ਦੇ ਅੰਤ ਤੱਕ ਇਹ ਚਾਲੂ ਕਰਨ ਦੀ ਤਜਵੀਜ਼ ਵੀ ਹੈ। ਅਗਲਾ ਪ੍ਰਸ਼ਨ ਨੰਬਰ 205 ਮਿਸ ਕੁਮਕੁਮ ਜੀ। Respected sir, I want to ask the Forest Minister, can they please state that what is the area of the state covered under forest greenery at present? Secondly, how much area required to be covered under forest greenery to keep the environment clean? And my third question is whether the government will formulate any such policy in view of the impact on the forest area due to growing urbanization in various cities of Punjab so that the forest greenery could be saved. ਮਾਨਯੋਗ ਵਾਤਾਵਰਣ ਅਤੇ ਜੰਗਲਾਤ ਮੰਤਰੀ ਮਿਸ ਰਿਤਿਕਾ ਜੀ ਇਸ ਦਾ ਜਵਾਬ ਦੇਣਗੇ। ਥੈਂਕ ਯੂ ਸਰ। ਮੈਂ ਮਾਣਯੋਗ ਮੈਂਬਰ ਸਾਹਿਬ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਸੰਬੰਧੀ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਪੰਜਾਬ ਦਾ ਟੋਟਲ ਏਰੀਆ 50,362 ਸਕੁਅਰ ਕਿਲੋਮੀਟਰ ਹੈ, ਜਿਸ ਵਿੱਚੋਂ ਜੰਗਲੀ ਰਕਬੇ ਦੇ ਅਧੀਨ 3058 ਸਕੁਅਰ ਕਿਲੋਮੀਟਰ ਦਾ ਏਰੀਆ ਆਉਂਦਾ ਹੈ, ਜੋ ਕਿ ਕੁੱਲ ਰਕਬੇ ਦਾ 6.1% ਬਣਦਾ ਹੈ। ਸਰ, ਪੰਜਾਬ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਘੱਟ ਤੋਂ ਘੱਟ 29.33% ਹੋਰ ਜੰਗਲੀ ਰਕਬੇ ਦੀ ਜ਼ਰੂਰਤ ਹੈ। ਸਰ, ਸ਼ਹਿਰੀਕਰਨ ਦੇ ਵਾਧੇ ਦੇ ਨਾਲ ਜੰਗਲੀ ਰਕਬੇ ਤੇ ਪੈਣ ਵਾਲੇ ਪ੍ਰਭਾਵ ਨੂੰ ਰੋਕਣ ਦੇ ਲਈ ਸਰਕਾਰ ਨਹਿਰੀ ਜ਼ਮੀਨ ਤੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾ ਕੇ ਭਾਰੀ ਜੰਗਲ ਲਗਾਉਣ ਦੀ ਤਜਵੀਜ਼ ਬਣਾ ਰਹੀ ਹੈ। ਸਰਕਾਰ ਦੀ ਇਹ ਤਜਵੀਜ਼ ਹੈ ਕਿ ਆਉਣ ਵਾਲੇ ਬਜਟ ਵਿੱਚ ਵਾਤਾਵਰਣ ਨੂੰ ਸ਼ੁੱਧ ਬਣਾਉਣ ਦੇ ਲਈ ਪੰਚਾਇਤਾਂ, ਮਿਊਨਿਸਪਲ ਕਮੇਟੀਆਂ ਅਤੇ ਕਾਰਪੋਰੇਸ਼ਨਾਂ ਨੂੰ ਸਪੈਸ਼ਲ ਗ੍ਰਾਂਟ ਦੇ ਕੇ ਜ਼ਮੀਨ ਨੂੰ ਜੰਗਲੀ ਨਜਾਇਜ਼ ਕਬਜ਼ਿਆਂ ਤੋਂ ਛੁਡਵਾਇਆ ਜਾਵੇਗਾ ਅਤੇ ਸਦਾਬਹਾਰ ਦਰਖਤ ਲਗਾਏ ਜਾਣਗੇ। ਇਸ ਦੇ ਨਾਲ ਹੀ ਸਰਕਾਰ ਨੇ ਇਹ ਨੀਤੀ ਵੀ ਬਣਾਈ ਹੈ ਕਿ ਸੂਬੇ ਦੇ ਸਾਰੇ ਉਦਯੋਗਿਕ ਕਾਰਖਾਨੇ, ਸਿੱਖਿਆ ਸੰਸਥਾਵਾਂ ਅਤੇ ਸਿਹਤ ਸੰਬੰਧੀ ਸੰਸਥਾਵਾਂ ਵਿੱਚ 70% ਰਕਬਾ ਗ੍ਰੀਨ ਬੈਲਟ ਲਈ ਰੱਖਿਆ ਜਾਵੇਗਾ। ਹੁਣ ਮੈਂ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਨੂੰ ਸੜਕ ਸੁਰੱਖਿਆ ਸਕੀਮ ਪੇਸ਼ ਕਰਨ ਲਈ ਬੇਨਤੀ ਕਰਦੀ ਹਾਂ। ਕਿਰਪਾ ਕਰਕੇ ਟਰਾਂਸਪੋਰਟ ਮੰਤਰੀ ਮਿਸ ਅਮਨਪ੍ਰੀਤ ਕੌਰ ਜੀ। ਮਾਨਯੋਗ ਡਿਪਟੀ ਸਪੀਕਰ ਸਾਹਿਬਾ, ਮੈਨੂੰ ਇਹ ਦੱਸਦਿਆਂ ਅਤਿਅੰਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੀ ਸਰਕਾਰ ਨੇ 31 ਜਨਵਰੀ 2024 ਨੂੰ ਜਲੰਧਰ ਵਿੱਚ ਪੰਜਾਬ ਹਥਿਆਰਬੰਦ ਪੁਲਿਸ ਹੈੱਡਕੁਆਰਟਰ ਵਿੱਚ ਇੱਕ ਸਮਾਗਮ ਵਿੱਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ। ਇਹ ਦੇਸ਼ ਵਿੱਚ ਅਜਿਹੀ ਪਹਿਲੀ ਫੋਰਸ ਹੈ ਜੋ ਪੰਜਾਬ ਦੇ ਨਾਗਰਿਕਾਂ ਦੇ ਜੀਵਨ ਦੀ ਰੱਖਿਆ ਲਈ ਲਾਭਦਾਇਕ ਸਿੱਧ ਹੋਵੇਗੀ। 1600 ਦੀ ਇਹ ਮਜ਼ਬੂਤ ਫੋਰਸ ਪੰਜਾਬ ਵਿੱਚ ਰਾਸ਼ਟਰੀ ਰਾਜਮਾਰਗਾਂ ਅਤੇ ਰਾਜਮਾਰਗਾਂ ਦੇ 5500 ਕਿਲੋਮੀਟਰ ਦੇ ਸੜਕੀ ਨੈਟਵਰਕ ਵਿੱਚ ਤਾਇਨਾਤ ਕੀਤੀ ਜਾਵੇਗੀ। ਇਸ ਵਿੱਚ 116 ਹਾਈ ਐਂਡ ਟੋਇਟਾ ਹੀਲਿਕਸ ਵਾਹਨਾਂ ਸਮੇਤ 129 ਵਾਹਨ ਸ਼ਾਮਲ ਹਨ, ਜੋ ਕਿ ਅਤ ਆਧੁਨਿਕ ਯੰਤਰਾਂ ਨਾਲ ਲੈਸ ਹਨ ਅਤੇ ਪੀੜਤਾਂ ਦੀ ਮਦਦ ਲਈ ਨਜ਼ਦੀਕੀ ਟਰਾਮਾ ਸੈਂਟਰਾਂ ਨਾਲ ਜੁੜੇ ਹੋਏ ਹਨ। ਦੁਰਘਟਨਾ ਦੇ ਪੀੜਤ ਦੀ ਸਹਾਇਤਾ ਕਰਨ ਲਈ ਅਤੇ ਇਹ ਯਕੀਨੀ ਬਣਾਉਣ ਲਈ ਕਿ ਪੀੜਤ 15 ਮਿੰਟਾਂ ਵਿੱਚ ਡਾਕਟਰੀ ਇਲਾਜ ਪ੍ਰਾਪਤ ਕਰੇ, ਇਸ ਲਈ ਐਸਐਸਐਫ ਦੀਆਂ ਟੀਮਾਂ ਹਰ 30 ਕਿਲੋਮੀਟਰ ਤੇ ਤਾਇਨਾਤ ਕੀਤੀਆਂ ਜਾਣਗੀਆਂ। ਮੈਡਮ, ਅਸੀਂ ਮਹਿਲਾ ਸਸ਼ਕਤੀਕਰਨ ਤੇ ਵੀ ਧਿਆਨ ਦਿੱਤਾ ਹੈ। 90 ਔਰਤਾਂ ਐਸਐਸਐਫ ਦੇ ਵਾਹਨ ਚਲਾਉਣਗੀਆਂ। ਅਸੀਂ ਫਰਵਰੀ ਮਹੀਨੇ ਤੋਂ ਸ਼ੁਰੂ ਹੋਣ ਵਾਲੀਆਂ ਦੁਰਘਟਨਾਵਾਂ ਅਤੇ ਮੌਤਾਂ ਦੇ ਮਹੀਨਾਵਾਰ ਆંકੜੇ ਵੀ ਸਾਂਝੇ ਕੀਤੇ। ਮੈਂ ਸਦਨ ਨੂੰ ਇਹ ਦੱਸ ਦੇਣਾ ਚਾਹੁੰਦੀ ਹਾਂ ਕਿ ਸੜਕ ਦੁਰਘਟਨਾ ਹਾਦਸਿਆਂ ਵਿੱਚ 2016 ਅਤੇ 17 ਵਿੱਚ ਮੌਕੇ ਤੇ ਪ੍ਰਤੀ ਦਿਨ 14 ਮੌਤਾਂ ਨਾਲ ਪੰਜਾਬ ਦੇਸ਼ ਦਾ ਨੰਬਰ 1 ਸੂਬਾ ਸੀ। ਅੱਜ ਵੀ ਹਰ ਦਿਨ 17 ਤੋਂ 18 ਮੌਤਾਂ ਹੁੰਦੀਆਂ ਹਨ, ਜਿਸ ਦਾ ਮਤਲਬ ਹੈ ਕਿ ਹਰ ਮਹੀਨੇ 500 ਤੋਂ ਵੱਧ
ਤੇ ਸਾਲ ਵਿੱਚ ਲਗਭਗ 6300 ਮੌਤਾਂ। ਅਸੀਂ ਇਹ ਸੋਚਿਆ ਸੀ ਕਿ ਜੇਕਰ ਸਾਨੂੰ ਮੌਕਾ ਮਿਲਿਆ ਤਾਂ ਅਸੀਂ ਇੱਕ ਫੋਰਸ ਬਣਾਵਾਂਗੇ ਜੋ ਲੋਕਾਂ ਦੀ ਸੁਰੱਖਿਆ ਕਰੇਗੀ। ਸਾਥੀਓ, ਅੱਜ ਉਹ ਸਮਾਂ ਆ ਗਿਆ ਹੈ। ਜੇਕਰ ਐਸਐਸਐਫ ਦੇ ਬਣਨ ਤੋਂ ਬਾਅਦ ਅਸੀਂ 50% ਦੀ ਜਾਨਾਂ ਬਚਾਉਣ ਵਿੱਚ ਵੀ ਸਫਲ ਹੁੰਦੇ ਹਾਂ ਤਾਂ ਇਸ ਨਾਲ ਪ੍ਰਤੀ ਸਾਲ 3000 ਜਾਨਾਂ ਬਚ ਸਕਦੀਆਂ ਹਨ। ਓਲੰਪੀਅਨ ਅਤੇ ਸਾਬਕਾ ਹਾਕੀ ਖਿਡਾਰੀ ਗਗਨਅਜੀਤ ਸਿੰਘ, ਜਿਨ੍ਹਾਂ ਨੂੰ ਅਸੀਂ ਐਸਐਸਐਫ ਦਾ ਮੁਖੀ ਨਿਯੁਕਤ ਕੀਤਾ ਹੈ, ਨਾਲ ਮਿਲ ਕੇ ਅਸੀਂ ਇਹ ਤੈਅ ਕੀਤਾ ਕਿ 1600 ਦੀ ਇਹ ਮਜ਼ਬੂਤ ਫੋਰਸ ਹੋਵੇਗੀ ਅਤੇ ਇਸ ਵਿੱਚ 8 ਘੰਟੇ ਸ਼ਿਫਟ ਅਨੁਸਾਰ ਡਿਊਟੀ ਹੋਵੇਗੀ। ਮੈਡਮ, ਅਸੀਂ ਇੱਕ ਪੁਆਇੰਟ ਸਿਸਟਮ ਵੀ ਸ਼ੁਰੂ ਕੀਤਾ ਹੈ ਜਿਸ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਪਹਿਚਾਣ ਕੀਤੀ ਜਾਵੇਗੀ ਅਤੇ ਹਰੇਕ ਅਪਰਾਧ ਲਈ ਉਹਨਾਂ ਦੇ ਡਰਾਈਵਿੰਗ ਲਾਇਸੈਂਸਾਂ ਤੋਂ ਇੱਕ ਪੈਮਾਨੇ ਤੇ ਅੰਕ ਕੱਟੇ ਜਾਣਗੇ। ਅਸੀਂ ਸੜਕ ਤੇ ਸਟੰਟ ਕਰਨ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਹੈ। ਮੈਂ ਇਹ ਵੀ ਦੱਸ ਦਵਾਂ ਕਿ ਐਸਐਸਐਫ ਦੇ ਸਾਰੇ ਵਾਹਨ ਕੈਮਰਿਆਂ ਨਾਲ ਲੈਸ ਹੋਣਗੇ। ਜੇਕਰ ਕੈਮਰੇ ਤੋਂ ਬਿਨਾਂ ਚਲਾਨ ਜਾਰੀ ਕੀਤਾ ਜਾਂਦਾ ਹੈ ਤਾਂ ਇਸ ਨੂੰ ਗੈਰ ਕਾਨੂੰਨੀ ਅਤੇ ਭ੍ਰਿਸ਼ਟਾਚਾਰ ਮੰਨਿਆ ਜਾਵੇਗਾ। ਮੈਡਮ, ਇਸ ਸਕੀਮ ਰਾਹੀਂ ਮੈਂ ਇਹ ਵੀ ਦੱਸ ਦੇਣਾ ਚਾਹੁੰਦੀ ਹਾਂ ਕਿ ਅਸੀਂ ਸ਼ਰਾਬ ਪੀ ਕੇ ਵਾਹਨ ਚਲਾਉਣ ਦੀ ਸਮੱਸਿਆ ਤੇ ਵੀ ਧਿਆਨ ਦਿੱਤਾ ਹੈ। ਐਸਐਸਐਫ ਡਰਾਈਵਰ ਸ਼ਰਾਬੀ ਡਰਾਈਵਰਾਂ ਨਾਲ ਗੱਲ ਕਰਕੇ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਛੱਡ ਕੇ ਆਉਣਗੇ, ਪਰ ਇਸ ਸੇਵਾ ਦਾ ਚਾਰਜ ਲਿਆ ਜਾਵੇਗਾ। ਅਸੀਂ ਇਹ ਵੀ ਯਕੀਨੀ ਬਣਾਇਆ ਹੈ ਕਿ ਤੇਜ਼ ਬਚਾਅ ਕਾਰਜਾਂ ਲਈ ਆਧੁਨਿਕ ਗੈਸ ਕਟਰ ਆਯਾਤ ਕੀਤੇ ਜਾਣ। ਕਾਗਜ਼ ਸਦਨ ਦੇ ਮੇਜ਼ ਤੇ ਰੱਖੇ ਜਾਣਗੇ। ਮੈਂ ਮੰਤਰੀ ਜੀ ਨੂੰ ਬੇਨਤੀ ਕਰਦੀ ਹਾਂ, ਮਿਸ ਜਸਲੀਨ। ਮਾਨਯੋਗ ਡਿਪਟੀ ਸਪੀਕਰ ਸਾਹਿਬਾ, ਮੈਂ ਜਲ ਸਰੋਤ ਅਤੇ ਸਿੰਚਾਈ ਬਿੱਲ 2024 ਪੇਸ਼ ਕਰਨ ਲਈ ਸਦਨ ਦੇ ਮੇਜ਼ ਤੇ ਰੱਖਦੀ ਹਾਂ। ਸਿੱਖਿਆ ਮੰਤਰੀ ਮਿਸ ਪੁਨੀਤ ਕੌਰ ਜੀ। ਮਾਨਯੋਗ ਡਿਪਟੀ ਸਪੀਕਰ ਸਾਹਿਬਾ, ਮੈਂ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਬਿੱਲ 2024 ਦੇ ਕਾਗਜ਼ ਸਦਨ ਦੇ ਮੇਜ਼ ਤੇ ਰੱਖਦੀ ਹਾਂ। ਮਾਨਯੋਗ ਡਿਪਟੀ ਸਪੀਕਰ ਸਾਹਿਬਾ, ਮੈਂ ਸਦਨ ਦਾ ਧਿਆਨ ਲੋਕ ਮਹੱਤਤਾ ਦੇ ਇੱਕ ਅਤੀ ਜ਼ਰੂਰੀ ਮੁੱਦੇ ਵੱਲ ਦਿਵਾਉਣਾ ਚਾਹੁੰਦੀ ਹਾਂ। ਕਿਰਪਾ ਕਰਕੇ ਮੈਨੂੰ ਸਮਾਂ ਦਿੱਤਾ ਜਾਵੇ। ਓਕੇ, ਤੁਹਾਨੂੰ 2 ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ। ਥੈਂਕ ਯੂ ਮੈਮ। ਮਾਨਯੋਗ ਡਿਪਟੀ ਸਪੀਕਰ ਸਾਹਿਬਾ, ਮੈਂ ਸਦਨ ਦਾ ਧਿਆਨ ਲੋਕ ਮਹੱਤਤਾ ਦੇ ਇੱਕ ਮਹੱਤਵਪੂਰਨ ਮੁੱਦੇ ਵੱਲ ਦਿਵਾਉਣਾ ਚਾਹੁੰਦੀ ਹਾਂ। ਰਾਜ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਰਾਜ ਵਿੱਚ ਡੇਂਗੂ ਦੇ ਕੇਸਾਂ ਵਿੱਚ ਭਾਰੀ ਵਾਧਾ ਹੋਇਆ ਹੈ ਤੇ ਕਈ ਮੌਤਾਂ ਵੀ ਹੋਈਆਂ। ਸਰਕਾਰ ਇਸ ਸਾਲ ਡੇਂਗੂ ਦੀ ਰੋਕਥਾਮ ਲਈ ਪੁਖਤਾ ਪ੍ਰਬੰਧਾਂ ਦੇ ਬਹੁਤ ਦਾਅਵੇ ਕੀਤੇ ਗਏ, ਪਰ ਕੀਤਾ ਕੁਝ ਨਹੀਂ ਗਿਆ। ਇਸ ਸਾਲ ਡੇਂਗੂ ਦੀ ਗਿਣਤੀ ਘਟਣ ਦੀ ਬਜਾਏ ਹੋਰ ਵੱਧ ਗਈ। ਅਖਬਾਰਾਂ ਵਿੱਚ ਹਰ ਰੋਜ਼ ਹਜ਼ਾਰਾਂ ਨੌਜਵਾਨ, ਔਰਤਾਂ ਤੇ ਬੱਚਿਆਂ ਦੇ ਮਰਨ ਦੀਆਂ ਖਬਰਾਂ ਆ ਰਹੀਆਂ। ਇਸ ਤੋਂ ਪਤਾ ਚੱਲਦਾ ਕਿ ਸਰਕਾਰ ਇਸ ਗੰਭੀਰ ਮਾਮਲੇ ਪ੍ਰਤੀ ਬਿਲਕੁਲ ਵੀ ਚਿੰਤਤ ਨਹੀਂ। ਸਰਕਾਰ ਵੱਲੋਂ ਡੇਂਗੂ ਦੀ ਜਾਂਚ ਲਈ ਕਈ ਮੁਹਿੰਮਾਂ ਚਲਾਈਆਂ ਗਈਆਂ, ਜਿਵੇਂ ਲਾਰਵਾ ਚੈਕਿੰਗ ਅਭਿਆਨ, ਜਨਤਕ ਭਾਈਚਾਰਕ ਭਾਗੀਦਾਰੀ, ਜੋ ਕਿ ਅਸਫਲ ਰਹੀਆਂ। ਸਰਕਾਰ ਨੇ ਡੇਂਗੂ ਦੀ ਰੋਕਥਾਮ ਲਈ ਸਿਰਫ ਅਖਬਾਰਾਂ ਵਿੱਚ ਬਿਆਨ ਹੀ ਦਿੱਤਾ ਆ, ਗਰਾਊਂਡ ਲੈਵਲ ਤੇ ਤਾਂ ਕੋਈ ਕੰਮ ਵੀ ਨਹੀਂ ਕੀਤਾ ਤੇ ਇਸੇ ਕਾਰਨ ਹੀ ਰਾਜ ਦੇ ਲੋਕਾਂ ਵਿੱਚ ਡੇਂਗੂ ਦੀ ਦਹਿਸ਼ਤ ਤੇ ਮਾਯੂਸੀ ਪਾਈ ਜਾ ਰਹੀ ਆ। ਮੈਮ, ਇਸ ਚਿੰਤਿਤ ਵਿਸ਼ੇ ਤੇ ਫੌਰੀ ਕਾਰਵਾਈ ਦੀ ਲੋੜ ਆ। ਸੋ ਸਰਕਾਰ ਵੱਲੋਂ ਇਸ ਮਹੱਤਵਪੂਰਨ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਦੀ ਜ਼ਰੂਰਤ ਆ। ਮਾਨਯੋਗ ਸਿਹਤ ਮੰਤਰੀ ਮਿਸ ਰਮਨਦੀਪ ਕੌਰ ਜੀ। ਮਾਨਯੋਗ ਡਿਪਟੀ ਸਪੀਕਰ ਸਾਹਿਬਾ, ਮੈਂ ਆਪਣੇ ਸਾਥੀ ਮੈਂਬਰ ਜੀ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੱਕ ਬਹੁਤ ਹੀ ਮਹੱਤਵਪੂਰਨ ਲੋਕ ਹਿੱਤ ਦੇ ਮੁੱਦੇ ਵੱਲ ਸਦਨ ਦਾ ਧਿਆਨ ਖਿੱਚਿਆ। ਮੈਂ ਤੁਹਾਡੇ ਮਾਧਿਅਮ ਰਾਹੀਂ ਸਦਨ ਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਇਸ ਸਾਲ ਅਸੀਂ ਡੇਂਗੂ ਦੇ ਕੇਸਾਂ ਦੀ ਜਾਂਚ ਲਈ ਟੈਸਟਿੰਗ ਵਧਾਈ ਹੈ ਅਤੇ 10% ਟੈਸਟ ਵੱਧ ਕੀਤੇ ਨੇ। ਦੱਸਣਯੋਗ ਗੱਲ ਇਹ ਹੈ ਕਿ ਇਹ ਇੱਕ ਅਲਟਰਨੇਟ ਸਾਈਕਲ ਵੀ ਹੈ ਅਤੇ ਕਿਤੇ ਨਾ ਕਿਤੇ ਸਾਡੀ ਸਰਕਾਰ ਦੇ ਕੀਤੇ ਬੰਦੋਬਸਤ ਅਤੇ ਉਸ ਦਾ ਨਤੀਜਾ ਹੈ ਕਿ ਇਸ ਸਾਲ ਡੇਂਗੂ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ, ਜੋ ਕਿ ਪਿਛਲੇ ਸਾਲ ਨਾਲੋਂ ਬਹੁਤ ਹੀ ਘੱਟ ਹੈ। ਇਸ ਸਾਲ ਡੇਂਗੂ ਨਾਲ 13 ਮਰੀਜ਼ਾਂ ਦੀ ਮੌਤ ਹੋਈ, ਜਦਕਿ ਪਿਛਲੇ ਸਾਲ 41 ਅਤੇ ਉਸ ਤੋਂ ਪਿਛਲੇ ਸਾਲ 55 ਮੌਤਾਂ ਹੋਈਆਂ ਸਨ। ਇਸ ਸਾਲ ਡੇਂਗੂ ਨਾਲ 12000 ਮਰੀਜ਼ ਬਿਮਾਰ ਹੋਏ, ਜਦਕਿ ਪਿਛਲੇ ਸਾਲ ਇਹੀ ਅੰਕੜਾ 22000 ਸਾਹਿਬਾਨ, ਕਿਰਪਾ ਕਰਕੇ ਸਦਨ ਦੀ ਪਰ ਫਿਰ ਵੀ ਇਹ ਬਹੁਤ ਹੀ ਗੰਭੀਰ ਮੁੱਦਾ ਹੈ ਅਤੇ ਇਸ ਨੂੰ ਇੱਕ ਲੋਕ ਰਾਏ ਬਣਾਉਣ ਲਈ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ
खुद एक नवी कैंपेन शुरू की हर शुक्रवार डेंगू दे वार, जिस विच असी एक नवी सोच दे नाल सेहत विभाग, लोकल बॉडीज विभाग, पंचायत विभाग अते वाटर सप्लाई एंड सैनिटेशन विभाग नाल मिल के इस कैंपेन नूं घर घर पहुंचाउण लई काम कीता, जिस अधीन सूबे विच कुल 20,000 टीमां बनाईयां गईयां, जिन्हां ने कुल 28 लाख घरां विच जाके 65 लाख कंटेनरां विचों लार्वा चैक कीता। इन्हां विचों कुल 49,000 कंटेनरां विचों लार्वा प्राप्त होया, जो कि फ्रिज दे कंटेनरां विचों सब तो ज्यादा पाया गया। इन्हां चैक कीते गए घरां विच एमएलए, उच्च अधिकारी, मंत्री अते आम लोकां दे घर शामिल सन। सो सानू सारिਆਂ ਨੂੰ ही अपनी अपनी कॉन्स्टिट्यूएंसी विच इस कैंपेन ਨੂੰ लीड करन दी जरूरत है, क्योंकि जिस घर विच डेंगू का मरीज आ जाता है ना तो वो काफी टाइम तक काम करने के योग रहता है अते ना ही कोई काम होर कर सकता है। जेकर वही डेंगू गंभीर हालत विच पाया जाता है तो उसकी जान नूं भी खतरा हो जाता है। सरकार ने भी इसनूं रोकण लई काफी बंदोबस्त कीते हैं। साडे मानयोग मुख मंत्री जी ने अपने जन्मदिन ते खूनदान का कैंप आयोजन किया, जिस विच उन्हां खुद अते 6,000 होर लोकां ने उन्हां तो प्रेरित होकर खूनदान किया, तां जो डेंगू के मरीजां लई खून जां प्लेटलेट्स की कोई भी कमी ना आवे। मैम, ਅਸੀਂ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਰੀਆਂ ਹੀ ਸਿਹਤ ਸੰਸਥਾਵਾਂ ਵਿੱਚ ਦਵਾਈਆਂ ਵਾਧੂ ਮਾਤਰਾ ਵਿੱਚ ਪ੍ਰੋਵਾਈਡ ਕਰਵਾਈਆਂ ਗਈਆਂ। ਸਾਰੇ ਹੀ ਸਰਕਾਰੀ ਹਸਪਤਾਲਾਂ ਵਿੱਚ ਬੈੱਡਾਂ ਦੀ ਗਿਣਤੀ ਵਧਾ ਦਿੱਤੀ ਗਈ। ਪਹਿਲੀ ਵਾਰ ਹੋਇਆ ਕਿ ਅਸੀਂ 4 ਮਹਿਕਮੇ ਨੇ ਰਲ ਕੇ ਇੱਕ ਗੰਭੀਰ ਸਮੱਸਿਆ ਉੱਪਰ ਕੰਮ ਕਰਨ ਦਾ ਯਤਨ ਕੀਤਾ। ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਅਤੇ ਸਾਰਿਆਂ ਨੂੰ ਸਾਨੂੰ ਇਸ ਸਮੱਸਿਆ ਉੱਪਰ ਕੰਮ ਕਰਨ ਲਈ ਅੱਗੇ ਆਉਣ ਦੀ ਜ਼ਰੂਰਤ ਹੈ। ਧੰਨਵਾਦ। क्योंकि प्राइवेट हस्पतालों का तो डाटा ही नहीं आ रहा, मौतों की गिनती तो बहुत ज्यादा। मैम, ये डाटा पूरी तरह ऑथेंटिक है। सारे ही प्राइवेट हॉस्पिटल्स तो डेली रिपोर्ट ली जाती है। मैम, जिथे 5 तो वध मौतां हो जान उस एरिया नूं हॉटस्पॉट एरिया ऐलानिया जाता है अते दस्सणयोग गल यह है कि इस साल सूबे विच कोई भी हॉटस्पॉट एरिया नहीं ऐलानिया गया, जबकि पिछले साल हुशियारपुर हॉटस्पॉट एरिया ऐलानिया गया सी, जिथे साडी सरकार ने डोर टू डोर लार्वा चेक करके उसनूं डिस्ट्रॉय किया। Now the House will proceed for short duration discussion. Mr. Rohan ji, please. ਮਾਨਯੋਗ ਸਪੀਕਰ ਸਾਹਿਬ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੰਨੇ ਬਿਜ਼ੀ ਸ਼ੈਡਿਊਲ ਵਿੱਚੋਂ ਮੈਨੂੰ ਸ਼ਾਰਟ ਡਿਊਰੇਸ਼ਨ ਡਿਸਕਸ਼ਨ ਕਰਨ ਦੀ ਆਗਿਆ ਦਿੱਤੀ। ਮੈਂ ਸਦਨ ਵਿੱਚ ਪਹਿਲਾਂ ਤੋਂ ਹੀ ਚੱਲੀ ਆ ਰਹੀ ਕਿਸਾਨਾਂ ਦੀ MSP ਲੀਗਲਾਈਜ਼ ਕਰਨ ਦੀ ਮੰਗ ਤੇ ਵਿਚਾਰ ਚਰਚਾ ਕਰਵਾਉਣਾ ਚਾਹੁੰਦਾ ਹਾਂ ਕਿ ਸਰਕਾਰ ਇਸ ਸੰਬੰਧੀ ਕੀ ਕਰ ਰਹੀ ਹੈ। ਸਰ, मैं विरोधी धिर के प्रश्न के जवाब में यह दसना चाहती हाँ कि पंजाब सरकार वालों केंद्र सरकार नाल गलबात करके किसानां नाल मीटिंगां करवाईयां जा रही हैं ते हुण तक लगभग 35 तो 36 मीटिंगां हो चुकियां हैं। पंजाब सरकार लगातार इस समस्या का हल करवाउण लई यतनशील है। माननीय स्पीकर साहब, 2021 ਵਿੱਚ ਜਦੋਂ ਤਿੰਨ ਖੇਤੀ ਬਿੱਲਾਂ ਨੂੰ ਸਰਕਾਰ ਵੱਲੋਂ ਵਾਪਸ ਲਿਆ ਗਿਆ ਸੀ ਤਾਂ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਇੱਕ ਪੈਨਲ ਬਣਾ ਕੇ 23 ਫਸਲਾਂ ਤੇ MSP ਪ੍ਰਦਾਨ ਕੀਤੀ ਜਾਊਗੀ, ਪਰ ਹੁਣ ਸਿਰਫ 5 ਫਸਲਾਂ ਤੇ ਹੀ MSP ਗਰੰਟੀ ਦੇਣ ਦਾ ਐਲਾਨ ਕੀਤਾ, ਜਿਵੇਂ ਕਿ ਨਰਮਾ, ਮੱਕੀ ਤੇ ਤਿੰਨ ਦਾਲਾਂ। ਇਸ ਸੰਬੰਧੀ ਸਾਡੀ ਸਰਕਾਰ ਦਾ ਕੀ ਕਹਿਣਾ ਹੈ? जी सर, मैं इस गल नाल सहमत हाँ, पर यह कानून जल्दबाजी में नहीं बनाए जा सकते। केंद्र सरकार इस बारे पूरा विचार कर रही है। मैं ये भी दसना चाहती हाँ, सरकार ने 5 फसलों के नाल शुगर केन की प्राइस हाइक का ऐलान भी किया है। हुण शुगर केन की रेट 8% बढ़ के 340 रुपीज़ पर क्विंटल कर दिता है। मानयोग स्पीकर साहब, मैं तुहाडा धन्नवाद करती हाँ कि तुसीं मैनूं सदन विच बोलण दा मौका दिता। किसानां लई बिना MSP तो दूसरियां फसलां नूं बीजना औखा है, जिवें कणक ते झोने दी स्टोरेज राज द्वारा कीती जांदी है। जे असीं चाहुंदे हां कि किसान दूसरियां फसलां वाल शिफ्ट होवे तां 30 फसलां ते MSP लीगलाइज करन दी मंग जायज़ है।
because crop diversification seems to be one of the benefits of legalizing MSP for all 23 crops. Granting MSP for all crops may encourage farmers to grow crops other than paddy and wheat. Moreover, farmers are not demanding that the government should pay everything. They want to make sure that no one pays their crop for an amount below this benchmark. Thank you. Yes, we agree with this, but the legal guarantee for MSP may be difficult to implement given its financial implications. The officially sources have been inducted that if MSP granted law were to be introduced, the government would be looking at an additional expenditure of at least rupees of 10 lakh crore annually. ਮਾਨਯੋਗ ਸਪੀਕਰ ਸਾਹਿਬ, ਮੈਂ ਤੁਹਾਡੇ ਮਾਧਿਅਮ ਰਾਹੀਂ ਅੱਜ ਦੇ ਸਮੇਂ ਵਿੱਚ ਜੋ ਕਿਸਾਨਾਂ ਤੇ ਲਾਠੀਚਾਰਜ ਹੋ ਰਿਹਾ ਤੇ ਆਸੂ ਗੈਸ ਛੱਡੀ ਜਾ ਰਹੀ ਹੈ, ਜਿਸ ਨਾਲ ਅੰਦੋਲਨ ਵਿੱਚ ਕੁਝ ਕਿਸਾਨ ਜ਼ਖਮੀ ਹੋ ਰਹੇ ਹਨ ਤੇ ਕੁਝ ਕਿਸਾਨ ਮਰ ਚੁੱਕੇ ਹਨ, ਉਹਨਾਂ ਲਈ ਪੰਜਾਬ ਸਰਕਾਰ ਕੀ ਕਰ ਰਹੀ ਹੈ? ਮਾਨਯੋਗ ਸਪੀਕਰ ਸਾਹਿਬ, ਸਾਡੀ ਸਰਕਾਰ ਹਰ ਪੱਖ ਤੋਂ ਕਿਸਾਨਾਂ ਦੇ ਨਾਲ ਖੜੀ ਆ। ਅਸੀਂ ਆਪਦੀਆਂ ਸਾਰੀਆਂ ਐਂਬੂਲੈਂਸਾਂ ਤੇ ਸੜਕ ਸੁਰੱਖਿਆ ਫੋਰਸ ਦੀਆਂ ਸਾਰੀਆਂ ਗੱਡੀਆਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਲਾ ਦਿਆਂ ਨੇ। ਜਿਵੇਂ ਕਿ ਦੇਖਣ ਚ ਆਇਆ, ਜ਼ਿਆਦਾਤਰ ਕੇਸ ਅਥਰੂ ਗੈਸ ਕਰਕੇ ਆ ਰਹੇ ਆ। ਅਸੀਂ ਡਾਕਟਰੀ ਟੀਮਾਂ ਦੇ ਨਾਲ ਆਪਦੇ 2 ਮੰਤਰੀ ਜੋ ਅੱਖਾਂ ਦੇ ਮੰਨੇ ਪਰਮੰਨੇ ਡਾਕਟਰ ਨੇ ਤੇ 1 MLA ਜੋ ਅੱਖਾਂ ਦੇ ਸਪੈਸ਼ਲਿਸਟ ਨੇ, ਉਹਨਾਂ ਦੇ ਨਾਲ ਲਾਤੇ ਨੇ ਤਾਂ ਜੋ ਕਿਸੇ ਕਿਸਾਨ ਦੀ ਇਸ ਕਰਕੇ ਕੈਜੂਅਲਟੀ ਨਾ ਆਵੇ ਵੀ ਉਹਨਾਂ ਨੂੰ ਮੌਕੇ ਤੇ ਸੰਭਾਲਿਆ ਨਹੀਂ ਗਿਆ। ਹਾਂਜੀ, ਹੁਣ ਵਿਧਾਨਕ ਕਾਰੋਬਾਰ ਸ਼ੁਰੂ ਹੋਵੇਗਾ। ਮਾਨਯੋਗ ਸਿੰਚਾਈ ਮੰਤਰੀ ਜੀ ਜਲ ਸਰੋਤ ਅਤੇ ਸਿੰਚਾਈ ਬਿੱਲ 2024 ਪੇਸ਼ ਕਰਨਗੇ। ਮਾਨਯੋਗ ਸਪੀਕਰ ਸਾਹਿਬ, ਮੈਂ ਜਲ ਸਰੋਤ ਅਤੇ ਸਿੰਚਾਈ ਬਿੱਲ 2024 ਪੇਸ਼ ਕਰਦੀ ਹਾਂ। ਜੋ ਇਸ ਬਿੱਲ ਦੇ ਪੱਖ ਵਿੱਚ ਹਨ ਉਹ ਹਾਂ ਜਾਂ ਆਇਸ ਬੋਲਣਗੇ। ਆਇਸ। ਜੋ ਇਸ ਬਿੱਲ ਦੇ ਵਿਰੁੱਧ ਹਨ ਉਹ ਨੋ ਜਾਂ ਨਹੀਂ ਬੋਲਣਗੇ। ਨਹੀਂ। ਮੈਨੂੰ ਲੱਗਦਾ ਹੈ ਸਦਨ ਹਾਂ ਪੱਖੀ ਹੈ, ਹਾਂ ਪੱਖੀ ਹੈ, ਹਾਂ ਪੱਖੀ ਹੈ। ਮਾਨਯੋਗ ਪੇਂਡੂ ਵਿਕਾਸ ਮੰਤਰੀ ਜੀ ਬਿੱਲ ਪੇਸ਼ ਕਰਨ ਦੀ ਅਨੁਮਤੀ ਦਿੱਤੀ ਜਾਂਦੀ ਹੈ। ਮਾਨਯੋਗ ਸਪੀਕਰ ਸਾਹਿਬ, ਜਲ ਸਰੋਤ ਅਤੇ ਸਿੰਚਾਈ ਬਿੱਲ 2024 ਪੇਸ਼ ਕੀਤਾ ਜਾਂਦਾ ਹੈ। ਬਿੱਲ ਵਿਧਾਨ ਸਭਾ ਦੇ ਅਗਲੇ ਇਜਲਾਸ ਵਿੱਚ ਵਿਚਾਰਿਆ ਜਾਵੇਗਾ। ਹੁਣ ਸਦਨ ਵਿੱਚ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਬਿੱਲ 2024 ਤੇ ਚਰਚਾ ਕਰਾਂਗੇ। ਸਿੱਖਿਆ ਮੰਤਰੀ ਮਿਸ ਪੁਨੀਤ ਕੌਰ ਜੀ। Respected sir, I request to move that the bill be taken into consideration. Honorable sir and honorable members of the House, I submit that children and youth of the country are the most important asset of any nation. It's a very crucial topic that how are they trained, examined to face the real world, get the best education and job opportunities they deserve. So it's a responsibility of the government to act on the same. Cheating is a false representation of the child's ability, which he may not be able to give without cheating. It is unfair to everyone involved as it deprives the true one of the chance to come on the top. According to an investigation by the Indian Express, there have been 41 instances of paper leaks in recruitment exams across 15 states in the last 5 years. The media report revealed that these leaks derail the schedules of up to 1.4 crore candidates. Cheating ਉਹ ਅਨੈਤਿਕ ਤਰੀਕੇ ਹਨ ਜੋ ਕਿਸੇ ਵੀ ਬੱਚੇ ਨੂੰ ਪ੍ਰਾਪਤ ਕਰਨ ਲਈ ਅਪਣਾਏ ਜਾਂਦੇ ਹਨ। ਪ੍ਰੀਖਿਆ ਦੇ ਵਿੱਚ ਚੀਟਿੰਗ ਹੋਣ ਦੇ ਕਾਰਨ ਹੋਣਹਾਰ ਅਤੇ ਕਾਬਿਲ ਵਿਦਿਆਰਥੀ ਪਿੱਛੇ ਰਹਿ ਜਾਂਦੇ ਨੇ। ਜਿਵੇਂ ਕਿ ਅਸੀਂ ਕੋਈ ਮੰਜ਼ਿਲ ਤੱਕ ਪਹੁੰਚਣਾ, ਉਸ ਮੰਜ਼ਿਲ ਦੇ ਸਾਡੇ ਕੋਲ ਪਹੁੰਚਣ ਦੇ 2 ਰਾਸਤੇ ਹਨ। ਇੱਕ ਹੈ ਸ਼ਾਰਟਕਟ ਜੋ ਕਿ ਅਸੀਂ ਹਵਾਈ ਜਹਾਜ਼ ਦੇ ਨਾਲ ਪੂਰਾ ਕਰ ਸਕਦੇ ਹਾਂ। ਦੂਸਰਾ ਤਰੀਕਾ ਹੈ ਲੰਬਾ ਰਾਸਤਾ ਜੋ ਕਿ ਸੜਕ ਦੇ ਰਾਹੀਂ ਪੂਰਾ ਕਰ ਸਕਦੇ ਹਾਂ। ਇਹ ਜ਼ਰੂਰ ਹੈ ਕਿ ਅਸੀਂ ਹਵਾਈ ਜਹਾਜ਼ ਦੇ ਨਾਲ ਛੇਤੀ ਪਹੁੰਚ ਜਾਵਾਂਗੇ, ਪਰ ਸ਼ਾਰਟਕਟ ਦੇ ਰਾਹੀਂ ਅਸੀਂ ਸਫ਼ਰ ਦੀ ਖੂਬਸੂਰਤੀ ਨੂੰ ਨਹੀਂ ਦੇਖ ਪਾਵਾਂਗੇ। ਇਹੀ ਤਰੀਕੇ ਨਾਲ ਅਸੀਂ ਚੀਟਿੰਗ ਕਰਕੇ ਪ੍ਰੀਖਿਆ ਨੂੰ ਪਾਰ ਤਾਂ ਕਰ ਲਵਾਂਗੇ, ਪਰ ਅਸੀਂ ਮਿਹਨਤ ਨਾਲ ਤਿਆਰੀ ਕਰਨਾ ਅਤੇ ਮਿਹਨਤ ਦਾ ਫਲ ਨਹੀਂ ਲੈ ਪਾਵਾਂਗੇ। ਸਾਡੇ ਦੇਸ਼ ਵਿੱਚ ਚੀਟਿੰਗ ਨੂੰ ਬੰਦ ਕਰਨ ਦੇ ਲਈ ਅਤੇ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਤਾਂ ਇੱਕ ਕਾਨੂੰਨ ਦਾ ਹੋਣਾ ਜ਼ਰੂਰੀ ਹੈ ਤਾਂ ਕਿ ਜੋ ਬੱਚੇ ਹੋਣਹਾਰ ਅਤੇ ਕਾਬਿਲ ਹਨ ਉਹਨਾਂ ਨੂੰ ਮੌਕਾ ਮਿਲ ਸਕੇ। I would like to present the bill to the House, which will be known as Prevention of Unfair Means Bill 2024. Prevention of Unfair Means Bill 2024 aims to prevent unfair means in order to bring greater transparency, fairness and credibility to the public examination system.
These include leaking question paper, colluding in such leakage, excessive or taking possession of question paper or an optical mark recognition response sheets without authority, tampering with answer sheets including OMR response sheets, providing solution to one or more questions by any unauthorized person during a public examination, or directly and indirectly assisting the candidate in public examination. ਬਿੱਲ ਦੇ ਵਿੱਚ ਕੁਝ ਹੋਰ ਵੀ ਅਨੈਤਿਕ ਤਰੀਕੇ ਜੋ ਮਨਮਰਜ਼ੀ ਦੇ ਨਤੀਜੇ ਪ੍ਰਾਪਤ ਕਰਨ ਲਈ ਵਰਤੇ ਜਾਂਦੇ ਹਨ ਵੀ ਸ਼ਾਮਿਲ ਹਨ, ਜਿਵੇਂ ਕਿ ਫਾਈਨਲ ਮੈਰਿਟ ਲਿਸਟ ਲਈ ਜ਼ਰੂਰੀ ਰਿਕਾਰਡ ਨਾਲ ਛੇੜਛਾੜ ਕਰਨਾ, ਸਿਕਿਉਰਿਟੀ ਪ੍ਰੋਟੋਕਾਲਸ ਨੂੰ ਤੋੜ ਕੇ ਅਨੈਤਿਕ ਤਰੀਕਿਆਂ ਨੂੰ ਫੈਸਿਲਿਟੇਟ ਕੀਤਾ ਜਾਣਾ, ਕੰਪਿਊਟਰ ਸਿਸਟਮ ਨਾਲ ਛੇੜਛਾੜ ਕੀਤੀ ਜਾਣੀ ਅਤੇ ਜੋ ਐਗਜ਼ਾਮ ਦੇ ਸ਼ੀਟਾਂ ਦੀ ਵੰਡ ਦੀ ਮੈਨੀਪੂਲੇਸ਼ਨ ਕਰਨੀ। This bill includes Union Public Service Commission UPSC, which conducts civil service examination, defense service examination, medical service examination, and engineering service examination. The Staff Selection Commission, which recruits for Group C, that is non-technical, and Group B, that is non-gazetted jobs in central government. The Railway Recruitment Boards, which recruits Group C and Group D staff in the Indian Railways. The Institute of Banking Personnel Selection, which hires at all levels for nationalized banks and regional rural banks. National Testing Agency, which conducts the JEE Main, NEET UG, UGC NET, and the Common Universities Entrance Test. The bill states that offenders would be charged with a non-bailable offence which carries a minimum sentence of 5 years in jail and a fine of rupees 10 lakh. The jail term may be prolonged if the offender refuses to pay the fine. The service provider, which often is computer centers that administer online test, faces fines up to rupees 1 crore, and the proportionate cost of examination shall be recovered from such service provider if they are found to have assisted in cheating. They will also be prohibited for 4 years from administrating of any kind of public examination. ਜੇਕਰ ਪੇਪਰ ਕੰਡਕਟ ਕਰਾਉਣ ਵਾਲੇ ਹੀ ਕਰਮਚਾਰੀ ਨਕਲ ਨੂੰ ਸ਼ਾਇਦ ਕਰਨ ਲਈ ਪਾਏ ਜਾਣਗੇ ਤਾਂ ਗੁਨਾਹਗਾਰ ਪਾਏ ਜਾਣਗੇ ਤਾਂ 1 ਕਰੋੜ ਦਾ ਜੁਰਮਾਨਾ ਅਤੇ 5 ਤੋਂ ਲੈ ਕੇ 10 ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਜਾਵੇਗੀ। ਮਤਾ ਪੇਸ਼ ਕੀਤਾ ਗਿਆ ਹੈ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਬਿੱਲ 2024 ਨੂੰ ਵਿਚਾਰਿਆ ਜਾਵੇ। ਵਿਰੋਧੀ ਧਿਰ ਦੇ ਮੈਂਬਰ ਬਿੱਲ ਤੇ ਆਪਣੇ ਵਿਚਾਰ ਪ੍ਰਗਟ ਕਰਨ। ਸਰ ਇਸ ਬਿੱਲ ਤੇ ਮੇਰਾ ਸਵਾਲ ਇਹ ਹੈ ਕਿ ਕਈ ਰਾਜਾਂ ਵਿੱਚ ਤਾਂ ਐਂਟੀ ਚੀਟਿੰਗ ਲਾਅ ਪਹਿਲਾਂ ਤੋਂ ਹੀ ਹੈ, ਜਿਵੇਂ ਕਿ ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼। ਅਤੇ ਜੇ ਮੈਂ ਰਾਜਸਥਾਨ ਦੀ ਗੱਲ ਕਰਾਂ ਤਾਂ ਰਾਜਸਥਾਨ ਸਰਕਾਰ ਵੱਲੋਂ 2021 ਵਿੱਚ ਰਾਜਸਥਾਨ ਐਲੀਜੀਬਿਲਿਟੀ ਐਗਜ਼ਾਮੀਨੇਸ਼ਨ ਫॉर ਟੀਚਰਸ ਪੇਪਰ ਲਿਆ ਗਿਆ ਸੀ, ਜਿਸ ਵਿੱਚ ਡਾਟਾ ਤਾਂ ਇਹ ਕਹਿੰਦਾ ਹੈ ਕਿ ਬਹੁਤ ਸਾਰੇ ਨਕਲ ਦੇ ਕੇਸ ਸਾਹਮਣੇ ਆਏ ਹਨ। ਜਦੋਂ ਇਹ ਬਿੱਲ ਇਹਨਾਂ ਰਾਜਾਂ ਵਿੱਚ ਕਾਰਗਰ ਹੀ ਨਹੀਂ ਸਿੱਧ ਹੋਇਆ, ਫਿਰ ਇੱਥੇ ਇਸ ਬਿੱਲ ਦੀ ਕੀ ਅਹਿਮੀਅਤ? ਹਾਂਜੀ ਮਿਸ ਪਾਇਲ ਜੀ। ਸਰ ਇਹ 2021 ਦੇ ਚੀਟਿੰਗ ਕੇਸਾਂ ਦੀ ਗੱਲ ਕਰ ਰਹੇ ਨੇ, ਪਰ ਮੈਂ ਦੱਸਣਾ ਚਾਹਾਂਗੀ ਕਿ ਐਂਟੀ ਚੀਟਿੰਗ ਲਾਅ ਰਾਜਸਥਾਨ ਵਿੱਚ 2022 ਦੇ ਵਿੱਚ ਲਾਗੂ ਕੀਤਾ ਗਿਆ ਸੀ ਅਤੇ ਬਿੱਲ ਪਾਸ ਕਰਨ ਤੋਂ ਬਾਅਦ ਚੀਟਿੰਗ ਕੇਸਾਂ ਵਿੱਚ ਕਾਫੀ ਕਮੀ ਦੇਖੀ ਗਈ ਹੈ। ਹਾਂਜੀ ਮਿਸ ਅਮਨਦੀਪ ਕੌਰ ਜੀ। Sir, I would like to ask, what is the need for a separate bill when such malpractices were already covered by the provisions of IPC, BNS and already punishable by the law? ਹਾਂਜੀ ਮਿਸ ਖੁਸ਼ਪ੍ਰੀਤ ਕੌਰ ਜੀ। Yes, I do agree that cheating was already punishable by the law. But sir, no specific provisions were covered by IPC and BNS laws. So there has been no standardized procedure in any part of the Constitution. And the process of the court to hear anti-cheating cases was very time-consuming, sir. So to address the issue of malpractices in exams, there is a need of a separate bill, as the aim of the anti-cheating bill would be to prevent cheating and not to ruin the student's life or career. This bill will ensure it and also stop the prolonged time spent in hearing and the judgment of the cheating cases. Thank you, sir. ਹਾਂਜੀ ਸ਼੍ਰੀ ਮਹੇਸ਼ ਜੀ। Sir, there are many cases in which advanced technology were used to do cheating, like in the REIT 2021. Held on September 26, candidates were found wearing Bluetooth fitted sleepers which were sold to the aspirants for 5 to 6 lakh each. My question is, how new technology driven malpractices will be handled by this law? ਹਾਂਜੀ ਮਿਸ ਹੀਨਾ ਜੀ। The bill proposes a high national technical committee on public examinations that will make recommendations to make the computerized examination process more secure.
The committee shall look into developing protocol for insulating digital platforms, devising ways and means for developing foolproof IT security system, ensuring electronic surveillance for examination centers, and formulating national standards and service for both IT and physical infrastructures to be deployed for the conduct of such examinations. Thank you. ਹਾਂਜੀ ਸ਼੍ਰੀ ਸਹਿਜਵੀਰ ਸਿੰਘ ਜੀ। Sir, the intention of this bill is good. However, previous experience show that police and investigating agencies nab the small players involved in the solver gang or forwarding of paper leaks. Paper leaks are happening in the state of PSCS and army examination also. It is not possible without the involvement of higher officials. Paper leak is an organized crime which is running due to the blessings of senior officials and leaders. For example, the Vyapam scam, which involved politicians, senior officials and businessmen. ਹਾਂਜੀ ਮਿਸ ਅਕਸ਼ਿਤਾ ਜੀ। Honorable Speaker, sir, the statement given by the opposition is very true and the issue will be duly noted. Though the present bill has no detail about this, but when the bill will be framed and studied in detail, it will include this issue. We will make a separate committee that will handle it with all transparency. The committee will be working independently without any assistance and pressure of any organization. ਹਾਂਜੀ ਹੋਰ ਕੋਈ ਮੈਂਬਰ ਇਸ ਬਿੱਲ ਪ੍ਰਤੀ ਆਪਣੇ ਵਿਚਾਰ ਪ੍ਰਗਟ ਕਰਨੇ ਚਾਹੁੰਦਾ ਹੈ? ਹਾਂਜੀ ਮੰਤਰੀ ਜੀ। ਮਾਨਯੋਗ ਸਪੀਕਰ ਸਾਹਿਬ, ਮੈਂ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਬਿੱਲ 2024 ਨੂੰ ਭਾਰੀ ਬਹੁਮਤ ਨਾਲ ਪਾਸ ਕਰਨ ਦੀ ਮੰਗ ਕਰਦੀ ਹਾਂ। ਹੁਣ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਬਿੱਲ 2024 ਨੂੰ ਕੰਕਲੂਡ ਕੀਤਾ ਜਾਵੇ। Honorable Speaker, sir, I am confident that the honorable members of the House, irrespective of any party affiliation, will support this bill wholeheartedly. With these words, I now move that Prevention of Unfair Means Bill 2024 be taken into consideration. ਮਾਨਯੋਗ ਸਪੀਕਰ ਸਾਹਿਬ, ਮੈਂ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਬਿੱਲ 2024 ਨੂੰ ਭਾਰੀ ਬਹੁਮਤ ਨਾਲ ਪਾਸ ਕਰਨ ਦੀ ਮੰਗ ਕਰਦੀ ਹਾਂ। ਹਾਂਜੀ ਮਤਾ ਪੇਸ਼ ਕੀਤਾ ਗਿਆ ਕਿ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਬਿੱਲ 2024 ਨੂੰ ਪਾਸ ਕੀਤਾ ਜਾਵੇ। ਜਿਹੜੇ ਮੈਂਬਰ ਹੱਕ ਵਿੱਚ ਹਨ ਉਹ ਆਇਸ ਜਾਂ ਹਾਂ ਕਹਿਣਗੇ। ਆਇਸ। ਜੋ ਮੈਂਬਰ ਇਸ ਦੇ ਵਿਰੁੱਧ ਹਨ ਉਹ ਨੋ ਜਾਂ ਨਹੀਂ ਕਹਿਣਗੇ। ਨਹੀਂ। ਮੇਰੇ ਅਨੁਸਾਰ ਹਾਂ ਬਹੁਮਤ ਵਿੱਚ ਹੈ, ਹਾਂ ਬਹੁਮਤ ਵਿੱਚ ਹੈ, ਹਾਂ ਬਹੁਮਤ ਵਿੱਚ ਹੈ। ਮਤਾ ਅਪਣਾਇਆ ਜਾਂਦਾ ਹੈ। ਬਿੱਲ ਪਾਸ ਹੋ ਗਿਆ। ਸਦਨ ਦੀ ਬੈਠਕ ਕੱਲ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਤੁਹਾਡਾ ਧੰਨਵਾਦ। ਯੂਥ ਪਾਰਲੀਮੈਂਟ ਹੈ, ਜਿਸ ਦੇ ਲਈ ਮੈਂ ਜਿਹੜੇ ਵਿਦਿਆਰਥੀਆਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦੇਣਾ ਚਾਹੁੰਦੀ ਹਾਂ। ਇਹ ਉਪਰਾਲਾ ਸਾਡੇ ਅੱਜ ਦੇ ਵਿਸ਼ੇਸ਼ ਮਹਿਮਾਨ ਡਾਕਟਰ ਸਰਜੀਤ ਸਿੰਘ ਜੀ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਇੱਕ ਬਹੁਤ ਵਧੀਆ ਰਵਾਇਤ ਹੈ ਜਿਹੜੀ ਉਹ ਸਾਡੇ ਕਾਲਜ ਵਿੱਚ ਸ਼ੁਰੂ ਕੀਤੀ। ਹੁਣ ਮੈਂ ਜ਼ਿਆਦਾ ਟਾਈਮ ਨਾ ਲੈਂਦੀ ਹੋਈ ਮੈਂ ਉਮੀਦ ਕਰਦੀ ਹਾਂ ਕਿ ਸਾਡੇ ਜੱਜੀ ਜੀ ਨੇ ਆਪਣੀ ਜਜਮੈਂਟ ਤਿਆਰ ਕਰ ਲਈ ਹੋਵੇਗੀ। ਮੈਂ ਪਹਿਲਾ ਸੱਦਾ ਸਾਡੇ ਵਿਸ਼ੇਸ਼ ਮਹਿਮਾਨ ਡਾਕਟਰ ਸਰਜੀਤ ਸਿੰਘ ਜੀ ਨੂੰ ਦਿੰਦੀ ਹਾਂ। ਅੱਜ ਦੇ ਸਮਾਗਮ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮਹਿਮਾਨ ਸਰਦਾਰ ਜਗਸੀਰ ਸਿੰਘ ਜੀ MLA ਪੁੱਚੋ ਮੰਡੀ, ਮੈਡਮ ਪ੍ਰਿੰਸੀਪਲ ਜੋਸਨਾ ਸਿੰਗਲਾ ਜੀ, ਸਾਰੀ ਕਾਲਜ ਦੀ ਕਾਉਂਸਲ ਟੀਮ, ਪੋਲੀਟੀਕਲ ਸਾਇੰਸ ਦੇ ਹੈੱਡ ਮੈਡਮ ਬਲਵੀਰ ਜੀ, ਉਹਨਾਂ ਦੇ ਸਾਰੇ ਡਿਪਾਰਟਮੈਂਟ ਦੇ ਪ੍ਰੋਫੈਸਰ ਸਾਹਿਬਾਨ ਤੇ ਅੱਜ ਬੜੇ ਹੀ ਪਿਆਰੇ ਮੇਰੇ ਵਿਦਿਆਰਥੀ, ਮੈਂ ਬੜਾ ਖੁਸ਼ ਹਾਂ, ਤੁਹਾਡਾ ਧੰਨਵਾਦ ਕਰਦਾ ਹਾਂ। ਤੁਸੀਂ ਅੱਜ ਮੈਨੂੰ ਬੁਲਾਇਆ ਤੇ ਮੈਂ ਦੇਖ ਕੇ ਬੜਾ ਖੁਸ਼ ਹੋਇਆ ਕਿ ਅੱਜ ਜੋ ਅਸੀਂ ਸ਼ੁਰੂ ਕੀਤਾ ਸੀ ਉਸ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਅਸੀਂ ਅੱਗੇ ਤੋਰ ਰਹੇ ਹਾਂ ਤੇ ਆਪਣੀਆਂ ਉਮੀਦਾਂ ਦੇ ਵਿੱਚ ਕਾਮਯਾਬ ਹੋ ਰਹੇ ਹਾਂ। ਮੈਂ ਕਿਉਂ ਸ਼ੁਰੂ ਕੀਤਾ ਸੀ, ਪਹਿਲਾਂ ਵੀ ਦੱਸਿਆ ਸੀ ਕਿ ਮੈਂ ਇੱਕ ਫੰਕਸ਼ਨ ਦੇ ਵਿੱਚ ਗਿਆ ਸੀ, ਮੈਨੂੰ ਬੜਾ ਵਧੀਆ ਲੱਗਿਆ। ਕਿਉਂ ਲੱਗਿਆ ਵਧੀਆ?
ਕਿਉਂਕਿ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਕੁਝ ਹੈ, ਬਣਨ ਦੀ ਇੱਛਾ ਰੱਖਦੇ ਹਾਂ। ਬਣਦੇ ਆਏ ਨੇ, ਬਣਦੇ ਰਹਿਣਗੇ, ਪਰ ਵਿਦਿਆਰਥੀ ਹੋਣ ਦੇ ਨਾਤੇ ਜਦੋਂ ਅਸੀਂ ਮੁੱਖ ਮੰਤਰੀ ਬਣਦੇ ਹਾਂ, ਸਪੀਕਰ ਬਣਦੇ ਹਾਂ, ਮੰਤਰੀ ਬਣਦੇ ਹਾਂ, ਵਿਧਾਇਕ ਬਣਦੇ ਹਾਂ, ਕਿੰਨਾ ਆਨੰਦ ਆਉਂਦਾ ਹੈ। ਕਿਉਂਕਿ ਜਦੋਂ ਅਸੀਂ ਉਦੋਂ ਬਣੇ ਹੁੰਦੇ ਹਾਂ, ਸਾਡੇ ਮਨ ਦੇ ਉੱਤੇ ਕੋਈ ਬੋਝ ਨਹੀਂ ਹੁੰਦਾ। ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਸੋਚ ਸਕਦੇ ਹਾਂ। ਹਾਂ, ਇੱਥੇ ਸੋਚਿਆ ਹੋਇਆ, ਇੱਥੇ ਬਣਿਆ ਹੋਇਆ ਸਮਾਜ ਲਈ ਕਿੰਨਾ ਕੰਮ ਆਵੇਗਾ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਕਿਉਂ ਕਾਲਜ ਦੇ ਪ੍ਰਿੰਸੀਪਲ ਸਾਹਿਬਾ, ਸਾਡੇ ਰਿਟਾਇਰਡ ਮੇਰੇ ਪਰਮ ਮਿੱਤਰ ਡਾਕਟਰ ਸਰਜੀਤ ਸਿੰਘ ਜੀ ਅਤੇ ਕਾਲਜ ਦਾ ਸਮੁੱਚਾ ਸਟਾਫ ਅਤੇ ਸਾਰੇ ਵਿਧਾਨ ਸਭਾ ਦੇ ਮੈਂਬਰ ਸਾਹਿਬਾਨ, ਸਪੀਕਰ ਸਾਹਿਬਾਨ, ਡਿਪਟੀ ਸਪੀਕਰ ਸਾਹਿਬਾਨ ਅਤੇ ਗੈਲਰੀ 'ਚ ਬੈਠੇ ਦਰਸ਼ਕ, ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਤੁਸੀਂ ਇਹ ਬਹੁਤ ਵੱਡਾ ਉਪਰਾਲਾ ਕਰਕੇ ਇਹ ਯੁਵਾ ਸੰਸਦ ਜੋ ਇੱਥੇ ਆਰੰਭ ਕੀਤਾ, ਬੱਚਿਆਂ ਨੂੰ ਸਿਖਾਇਆ ਵੀ ਵਿਧਾਨ ਸਭਾ ਦੇ ਵਿੱਚ ਕੀ ਕੁਛ ਬੋਲਿਆ ਜਾਂਦਾ। ਹੂ ਬਹੂ ਤੁਸੀਂ ਸੇਮ ਜੋ ਵਿਧਾਨ ਸਭਾ ਦੇ ਵਿੱਚ ਹੁੰਦਾ ਉਹੀ ਤੁਸੀਂ ਭੂਮਿਕਾ ਨਿਭਾਈ ਹੈ। ਮੈਨੂੰ ਤਾਂ ਐਂ ਲੱਗਦਾ ਸੀ ਵੀ ਮੈਂ ਜਿਵੇਂ ਵਿਧਾਨ ਸਭਾ 'ਚ ਹੀ ਬੈਠਾ ਹੋਵਾਂ। ਬਿਲਕੁਲ ਸਹੀ ਗੱਲ ਹੈ। ਇਹ ਜਿੰਨੇ ਵੀ ਮੈਂਬਰ ਸਾਹਿਬਾਨ ਬੋਲੇ ਹੈ, ਸਾਰਿਆਂ ਦੀ ਭੂਮਿਕਾ ਪਰਫਾਰਮੈਂਸ ਬਹੁਤ ਵਧੀਆ ਸੀ, ਜਿਹੜੀ ਸਰਾਹੁਣਯੋਗ ਸੀ। ਪਿਛਲੀ ਵਾਰ ਮੈਂ ਆਇਆ ਸੀ, ਪਿਛਲੀ ਵਾਰ ਵੀ ਇੱਥੇ ਤੁਸੀਂ ਇਹ ਜਿਹੜਾ ਯੁਵਾ ਸੰਸਦ ਪ੍ਰੋਗਰਾਮ ਉਲੀਕਿਆ ਸੀ। ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਕੇ ਗਿਆ ਸੀ ਕਿ ਅਗਲੀ ਵਾਰ ਮੈਂ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਲੈ ਕੇ ਜਾਵਾਂਗਾ। ਮੈਂ ਉਸ ਵਾਅਦੇ ਦੇ ਮੈਂ ਪੂਰਾ ਖਰਾ ਉਤਰ ਰਿਹਾ। ਸੋ ਮੈਂ ਸਪੀਕਰ ਸਾਹਿਬ ਤੋਂ ਇਹ ਮਨਜ਼ੂਰੀ ਲੈ ਲਈ ਹੈ। ਉਹ ਕਹਿੰਦੇ ਵੀ ਸਾਨੂੰ ਤੁਸੀਂ ਜਿਨ੍ਹਾਂ ਨੇ ਵੀ ਜਾਣਾ ਹੈ ਉਹਨਾਂ ਦੇ ਨਾਮ, ਪਿਤਾ ਦਾ ਨਾਮ, ਆਧਾਰ ਕਾਰਡ ਨੰਬਰ ਉਹਨਾਂ ਦੇ ਸਾਨੂੰ ਲਿਖ ਕੇ ਭੇਜੋ ਹੁਣੇ ਹੀ। ਜਿਨ੍ਹਾਂ ਟੀਚਰਾਂ ਨੇ ਨਾਲ ਜਾਣਾ ਉਹਨਾਂ ਦੇ ਵੀ ਸਾਨੂੰ ਮੋਬਾਈਲ ਨੰਬਰ ਅਤੇ ਉਹਨਾਂ ਦੇ ਨਾਮ ਭੇਜੋ। ਅਸੀਂ ਤੁਹਾਨੂੰ ਪਰਮਿਸ਼ਨ ਦੇ ਦਿਆਂਗੇ 5, 6 ਜਾਂ 7 ਇਹਨਾਂ ਦਿਨਾਂ ਦੇ ਵਿੱਚ ਤੁਸੀਂ ਵਿਧਾਨ ਸਭਾ ਦਾ ਅਸਲੀ ਰੂਪ ਦੇਖ ਸਕੋਗੇ। ਮੈਂ ਵੀ 35 ਸਾਲ ਮੈਂ ਨੌਕਰੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਕੀਤੀ ਹੈ। ਮੇਰੇ ਦਿਲ ਵਿੱਚ ਇੱਕ ਗੱਲ ਹੁੰਦੀ ਸੀ ਕਿ ਜਿਹੜਾ ਲੀਡਰ ਹੈ ਇਹ ਪਬਲਿਕ ਨਾਲ ਆਮ ਕਿੰਨਾ ਜਲੀਲ ਕਰਦੇ ਹੈ, ਕਿਸ ਤਰ੍ਹਾਂ ਇਹ ਕਰਪਸ਼ਨ ਕਰਦੇ ਹੈ। ਮੇਰੇ ਦਿਲ ਦੇ ਵਿੱਚ ਸੀਗੀ ਗੱਲ। ਮੈਂ ਕਿਹਾ ਵੀ ਮੈਂ ਵੀ ਕਿਤੇ ਨਾ ਕਿਤੇ ਬਣਾ ਅਤੇ ਮੈਂ ਕਿਹਾ ਵੀ ਇਹ ਤਰੁੱਟੀਆਂ ਆਪਾਂ ਦੂਰ ਕਰੀਏ। ਸੋ ਮੈਂ ਇਹ ਜਦੋਂ ਪਾਰਟੀ ਨਵੀਂ ਬਣੀ, ਮੈਂ ਆਪਦੀ ਰਿਟਾਇਰਮੈਂਟ ਵੀ ਮੈਂ ਪਹਿਲਾਂ ਲਈ 2 ਸਾਲ। ਮੈਂ ਕਿਹਾ ਵੀ ਆਪਾਂ ਟਿਕਟ ਲੈਣ ਦੇ ਵਿੱਚ ਸਫਲ ਹੋਵਾਂਗੇ, ਆਪਾਂ MLA ਬਣਨਾ ਹੀ ਬਣਨਾ। ਸੋ ਮੈਂ ਰਿਟਾਇਰਮੈਂਟ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕੀਤੀ ਅਤੇ ਮੈਂ ਪਹਿਲੀ ਵਾਰ 2017 ਦੇ ਵਿੱਚ ਟਿਕਟ ਲੈਣ ਦੇ ਵਿੱਚ ਮੈਂ ਸਫਲ ਹੋ ਗਿਆ। ਮੈਂ ਆਪਦੀ ਯੋਗਤਾ ਦੇ ਅਨੁਸਾਰ ਜੋ ਵੀ ਪਾਰਟੀ ਦੇ ਆਦੇਸ਼ਾਂ ਦੇ ਅਨੁਸਾਰ ਮੈਂ ਕੰਮ ਕੀਤਾ, ਮੈਂ ਕਾਮਯਾਬ ਹੋ ਗਿਆ। ਬਟ ਕੀ ਹੋਇਆ ਵੀ ਸਭ ਤੋਂ ਥੋੜ੍ਹੇ ਫਰਕ ਨਾਲ, ਪੰਜਾਬ ਦੇ ਵਿੱਚੋਂ ਸਭ ਤੋਂ ਥੋੜ੍ਹੇ ਫਰਕ ਨਾਲ ਮੈਂ 645 ਵੋਟਾਂ ਦੇ ਫਰਕ ਨਾਲ ਰਹਿ ਗਿਆ। ਪਰ ਵਾਹਿਗੁਰੂ ਨੇ ਇਹੋ ਜਿਹੀ ਕਿਰਪਾ ਕਰੀ, ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ ਮੈਂ 50,000 ਤੋਂ ਪਲੱਸ ਵੋਟਾਂ ਨਾਲ ਕਿ ਮੈਂ ਜਿੱਤ ਪ੍ਰਾਪਤ ਕੀਤੀ ਹੈ। ਸੋ ਬੜੇ ਮਾਣ ਮਹਿਸੂਸ ਵਾਲੀ ਗੱਲ ਹੁੰਦੀ ਹੈ ਕਿ ਮੈਂ ਤੁਹਾਡੇ ਵਿੱਚ ਆ ਕੇ ਤੁਹਾਨੂੰ ਮੈਂ ਇਸ ਤਰ੍ਹਾਂ ਦੇ ਗੱਲਾਂ ਦੱਸ ਰਿਹਾ। ਸੋ ਥੋੜ੍ਹੇ ਦਿਨ ਹੀ ਹੈ, ਆਪਾਂ ਅੱਜ ਹੀ ਮਨਜ਼ੂਰੀ ਆ ਜਾਊਗੀ ਜਾਂ ਕੱਲ੍ਹ ਨੂੰ ਆ ਜਾਊਗੀ ਅਤੇ ਤੁਸੀਂ ਜਿੰਨਾ ਜਾਣਾ ਆਪਦੀ ਤਿਆਰੀ ਕਰੋ। ਠੀਕ ਹੈ, ਤੁਸੀਂ ਦੇਖ ਕੇ ਆਇਓ। ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸੱਚਮੁੱਚ ਹੀ ਤੁਹਾਡੇ ਵਰਗਾ ਉੱਥੇ ਕੋਈ ਜਾ ਕੇ ਬੈਠ ਜਾਏ। ਸਪੀਕਰ ਸਾਹਿਬ ਨੇ ਬਹੁਤ ਵਧੀਆ ਭੂਮਿਕਾ ਨਿਭਾਈ। ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਉਹ ਜਿਸ ਤਰ੍ਹਾਂ ਉੱਥੇ ਬਾਜਵੇ ਵਰਗੇ ਕਰਦੇ ਉਵੇਂ ਜਿਵੇਂ ਸੀ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ, ਧੰਨਵਾਦ ਕਰਦਾ ਤੁਹਾਨੂੰ, ਖਾਸ ਕਰਕੇ ਸਕੂਲ ਦੇ ਕਾਲਜ ਦੇ ਸਟਾਫ ਦਾ, ਜਿਨ੍ਹਾਂ ਨੇ ਕਿ ਇੰਨੀ ਮਿਹਨਤ ਕਰਕੇ ਇਹ ਪ੍ਰੋਗਰਾਮ ਲਈ ਤਿਆਰ ਕੀਤਾ। ਜਿਸ ਤਰ੍ਹਾਂ ਸਾਡੇ ਪ੍ਰਿੰਸੀਪਲ ਸਾਹਿਬ ਪਹਿਲਾਂ ਦੱਸ ਕੇ ਗਏ ਹੈ ਵੀ ਰਜਿੰਦਰਾ ਕਾਲਜ ਦਾ ਇੱਕ ਨਾਂ ਹੈ ਆਪਣੇ ਇੰਡੀਆ ਦੇ ਵਿੱਚ। ਹਰ ਕੋਈ ਕਹਿੰਦਾ ਹੈ ਵੀ ਜਦ ਤੂੰ ਰਜਿੰਦਰਾ ਕਾਲਜ ਪੜ੍ਹਿਆ,
ਬਹੁਤ ਵੱਡੀ ਦੇਣ ਹੈ ਇਸ ਕਾਲਜ ਦੀ। ਇਸ ਕਾਲਜ ਦੇ ਵਿੱਚੋਂ ਅਨੇਕਾਂ ਹੀ IAS IPS PCS ਤਾਂ ਮੇਰੇ ਖਿਆਲ ਬਹੁਤ ਬਣੇ ਹੋਣੇ ਆ। ਬੜੇ ਵੱਡੇ ਅਹੁਦਿਆਂ ਤੋਂ ਅਹੁਦਿਆਂ 'ਤੇ ਗਏ ਆ ਲੋਕ ਇੱਥੋਂ ਦੇ ਆਪਣੇ ਨੌਜਵਾਨ ਸਾਥੀ। ਸੋ ਮੈਂ ਵੀ ਇੱਕ ਵਾਹਿਗੁਰੂ ਅੱਗੇ ਰਿਕੁਐਸਟ ਕਰਦਾ, ਜਿਸ ਤਰ੍ਹਾਂ ਤੁਸੀਂ ਅੱਜ ਇਹ ਯੁਵਾ ਸੰਸਦ ਇੱਥੇ ਪਰਫਾਰਮੈਂਸ ਕਰੀ ਹੈ, ਅਤੇ ਤੁਸੀਂ ਸੱਚਮੁੱਚ ਹੀ ਪਾਰਲੀਮੈਂਟ ਵਿੱਚ ਜਾਂ ਵਿਧਾਨ ਸਭਾ 'ਚ ਪਹੁੰਚੋ। ਵਾਹਿਗੁਰੂ ਅੱਗੇ ਮੇਰੀ ਦੁਆ ਹੈ। ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਆਲ ਦੀ ਬੈਸਟ। ਧੰਨਵਾਦ ਤੁਹਾਡਾ ਸਾਰਿਆਂ ਦਾ। ਥੈਂਕ ਯੂ। ਤੀਜੇ ਸਥਾਨ ਤੇ ਆਉਣ ਵਾਲੇ ਸਾਡੇ ਦੋ ਭਾਗੀਦਾਰ ਨੇ, ਦੋਨੋਂ ਹੀ ਅਮਨਪ੍ਰੀਤ ਨੇ, ਅਮਨਪ੍ਰੀਤ ਕੌਰ ਤੇ ਅਮਨਪ੍ਰੀਤ ਸਿੰਘ। ਬਹੁਤ ਬਹੁਤ ਮੁਬਾਰਕ ਹੈ ਤੁਹਾਨੂੰ। ਅੱਜ ਜੋ ਯੁਵਾ ਸੰਸਦ ਇਹਨਾਂ ਨੇ ਇੱਥੇ ਰਜਿੰਦਰਾ ਕਾਲਜ ਦੇ ਵਿੱਚ ਇਹਨਾਂ ਨੇ ਫੰਕਸ਼ਨ ਕੀਤਾ, ਉਹ ਬਹੁਤ ਵਧੀਆ ਸ਼ਲਾਘਾਯੋਗ ਇਹਨਾਂ ਦਾ ਕਦਮ ਹੈ। ਮੈਂ ਸਾਰੇ ਕਾਲਜ ਨੂੰ ਅਤੇ ਸਾਰੇ ਕਾਲਜ ਦੇ ਸਟਾਫ ਨੂੰ, ਖਾਸ ਕਰਕੇ ਸਾਡੇ ਮਿੱਤਰ ਸਰਜੀਤ ਸਿੰਘ ਨੂੰ ਮੈਂ ਵਧਾਈ ਦਿੰਦਾ ਕਿ ਇਹਨਾਂ ਨੇ ਪਹਿਲੀ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਇਹ ਪ੍ਰੋਗਰਾਮ ਇਹਨਾਂ ਨੇ ਉਲੀਕਿਆ। ਸੋ ਬੱਚਿਆਂ ਨੂੰ ਪੂਰਾ ਆਕਰਸ਼ਿਤ ਕੀਤਾ ਕਿ ਵਿਧਾਨ ਸਭਾ ਦੇ ਬਾਰੇ ਉਹਨਾਂ ਨੂੰ ਪਤਾ ਲੱਗ ਸਕੇ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹਨਾਂ ਨੂੰ ਅਨਾਊਂਸ ਵੀ ਕੀਤਾ ਕਿ ਤੁਹਾਨੂੰ 5 ਜਾਂ 6 ਤਰੀਕ ਨੂੰ ਮੈਂ ਤੁਹਾਨੂੰ ਵਿਧਾਨ ਸਭਾ ਦਾ ਅਸਲੀ ਜੋ ਹੈਗਾ ਵਿਧਾਨ ਸਭਾ ਦਾ ਹਾਊਸ ਉਹ ਦਿਖਾ ਕੇ ਲਿਆਵਾਂਗੇ। ਸਪੀਕਰ ਸਾਹਿਬ ਤੁਸੀਂ ਮਨਜ਼ੂਰੀ ਲੈ ਲਈ ਹੈ ਸਮਝੋ, ਅਤੇ ਇਹਨਾਂ ਨੂੰ 5-6 ਤਰੀਕ ਨੂੰ ਅਸੀਂ ਲੈ ਕੇ ਜਾਵਾਂਗੇ। ਇਹਨਾਂ ਨੂੰ ਜੋ ਓਰੀਜਨਲ ਹੈ ਉਹ ਦਿਖਾ ਕੇ ਲਿਆਉਣਾ, ਕਿਉਂਕਿ ਇਹ ਇਹਨਾਂ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਹੈ। ਇਹਨਾਂ ਬੱਚਿਆਂ ਦੀ ਪਰਫਾਰਮੈਂਸ ਬਹੁਤ ਵਧੀਆ ਸੀ। ਜੋ ਵਿਰੋਧੀ ਧਿਰ ਸੀ ਉਹਨਾਂ ਦੀ ਪਰਫਾਰਮੈਂਸ ਵੀ ਵਧੀਆ ਸੀ। ਜਾਣੀ ਇਸ ਤਰ੍ਹਾਂ ਸੀ ਜਿਵੇਂ ਆਪਾਂ ਇੱਕ ਸਦਨ ਦੇ ਵਿੱਚ ਹੀ ਬੈਠੇ ਹੋਈਏ। ਸੋ ਇਸ ਕਾਲਜ ਨੂੰ ਮੈਂ ਵਧਾਈ ਦਿੰਦਾ। ਧੰਨਵਾਦ। ਜਿਵੇਂ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਦੀ ਭੂਮਿਕਾ ਨਿਭਾਈ, ਵਿਰੋਧੀ ਧਿਰ ਵੀ, ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋਇਆ ਜੀ? ਇਹ ਬਹੁਤ ਵਧੀਆ ਲੱਗਿਆ ਜੀ, ਮੈਨੂੰ ਬਹੁਤ ਵਧੀਆ ਲੱਗਿਆ। ਜਿਸ ਤਰ੍ਹਾਂ ਕਿ ਪਹਿਲਾਂ ਸੰਸਦ ਦੇ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਜੀ, ਜਿਸ ਤਰ੍ਹਾਂ ਕਿ ਇਹਨਾਂ ਨੇ ਭੂਮਿਕਾ ਨਿਭਾਈ ਹੈ। ਵਿਰੋਧੀ ਧਿਰ ਨੇ ਖਾਸ ਕਰਕੇ ਆਪਣੀ ਬਹੁਤ ਵਧੀਆ ਭੂਮਿਕਾ ਨਿਭਾਈ ਹੈ, ਅਤੇ ਜੋ ਹੈਗੀ ਰੂਲਿੰਗ ਪਾਰਟੀ ਵਾਲੀ ਹੈਗੀ ਹੈ ਉਹਨਾਂ ਨੇ ਵੀ ਵਧੀਆ ਉਹਨਾਂ ਨੇ ਜਵਾਬ ਦਿੱਤੇ ਹੈ। ਹਾਂਜੀ ਸਰ, ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਵੱਲੋਂ ਸ਼ੁਰੂ ਕੀਤੇ ਗਏ ਇਹ ਅੱਜ ਫਿਰ ਦੂਸਰੀ ਕਰਾਈ? ਅੱਜ ਬੜਾ ਖੁਸ਼ੀ ਵਾਲਾ ਦਿਨ ਹੈ। ਅੱਜ ਮੈਂ ਸਾਰੇ ਰਜਿੰਦਰਾ ਪਰਿਵਾਰ ਨੂੰ ਵਧਾਈ ਦਿੰਦਾ, ਖਾਸ ਕਰਕੇ ਮੈਡਮ ਪ੍ਰਿੰਸੀਪਲ ਜੋਸ਼ਨਾ ਸਿੰਘਾ ਜੀ ਨੂੰ, ਕਿਉਂਕਿ ਰਜਿੰਦਰਾ ਕਾਲਜ ਜਿੱਥੇ ਪੜ੍ਹਾਈ ਦੇ ਖੇਤਰ ਦੇ ਵਿੱਚ ਸਭ ਤੋਂ ਅੱਗੇ ਹੈ, ਖੇਡਾਂ ਦੇ ਖੇਤਰ ਦੇ ਵਿੱਚ ਸਭ ਤੋਂ ਅੱਗੇ ਰਿਹਾ ਹੈ। ਅਤੇ ਅੱਜ ਜਦੋਂ ਵਿਧਾਨ ਸਭਾ ਅਸੀਂ ਸ਼ੁਰੂ ਕੀਤੀ ਸੀ ਜੋ ਪਿਛਲੇ ਸਾਲ, ਅਤੇ ਅੱਜ ਦੇਖ ਕੇ ਬੜਾ ਆਨੰਦ ਆਇਆ। ਹੋ ਸਕਦਾ ਹੈ ਕਿਉਂਕਿ ਇਕੱਲਾ ਸਰਕਾਰੀ ਕਾਲਜ ਹੈ ਜਿੱਥੇ ਇਹ ਕਰਵਾਇਆ ਗਿਆ ਹੈ, ਪ੍ਰਾਈਵੇਟ ਕਾਲਜਾਂ 'ਚ ਇੱਕ ਦੋ 'ਚ ਚੱਲ ਰਿਹਾ ਹੈ, ਪਰ ਇਕੱਲਾ ਸਰਕਾਰੀ ਕਾਲਜ ਇਹੀ ਹੈ ਜਿੱਥੇ ਅਸੀਂ ਵਿਧਾਨ ਸਭਾ ਦਾ ਜਿਹੜਾ ਸੰਸਦ ਕਰਵਾ ਰਹੇ ਹਾਂ। ਮੈਨੂੰ ਲੱਗਦਾ ਹੈ, ਉਮੀਦ ਹੈ ਵੀ ਇੱਥੋਂ ਅਸੀਂ ਕਾਫੀ ਮੁੱਖ ਮੰਤਰੀ, ਸਪੀਕਰ, MLA ਦੇਵਾਂਗੇ ਕਾਲਜ ਦੇ ਵਿੱਚੋਂ ਕੱਢ ਕੇ, ਕਿਉਂਕਿ ਹੁਣ ਤੋਂ ਲੱਗ ਗਏ ਹੈ। ਜਦੋਂ ਕੋਈ ਚੀਜ਼ ਦੀ ਨੀਂਹ ਰੱਖੀ ਜਾਂਦੀ ਹੈ, ਉਹ ਇੱਕ ਦਿਨ ਜ਼ਰੂਰ ਜਿਹੜਾ ਹੈਗਾ ਉਹ ਬੂਟਾ ਵੱਡਾ ਹੋਈ ਜਾਂਦਾ ਲਾਉਂਦੇ, ਅਤੇ ਇੱਕ ਦਿਨ ਫਲ ਜ਼ਰੂਰ ਦਿੰਦਾ ਹੈ। ਅਤੇ ਸਾਡੇ ਮੁੱਖ ਮੰਤਰੀ ਸਾਹਿਬ ਇੱਥੋਂ ਹੋਣਗੇ, ਕਿਉਂਕਿ ਅੱਗੇ ਵੀ ਮੁੱਖ ਮੰਤਰੀ ਜਿਹੜਾ ਮਾਲਵੇ ਦੇ ਵਿੱਚੋਂ ਹੁੰਦਾ, ਪਰ ਹਾਂ ਹੁਣ ਬਠਿੰਡੇ ਦੇ ਵਿੱਚ ਹੋਊਗਾ। ਮੈਨੂੰ ਆਸ ਹੈ। ਮੈਂ ਇੰਨਾ ਕਹਿੰਦਾ ਹੋਇਆ ਧੰਨਵਾਦ ਕਰਦਾ ਸਾਰਿਆਂ ਦਾ, ਬੱਚਿਆਂ ਦਾ ਧੰਨਵਾਦ ਕਰਦਾ। ਬੜੇ ਵਧੀਆ ਤਰੀਕੇ ਦੇ ਨਾਲ ਸਾਰੇ ਸਟਾਫ ਨੇ ਤਿਆਰੀ ਕਰਕੇ ਬੜਾ ਕੇਵਲ ਨਿਭਾਇਆ ਹੈ। ਮੈਨੂੰ ਖੁਸ਼ੀ ਮਹਿਸੂਸ ਹੋਈ ਹੈ। ਮੈਂ ਹਮੇਸ਼ਾ ਇਹਨਾਂ ਤੋਂ ਮਾਣ ਕਰਦਾ ਰਹਾਂਗਾ। ਅੱਜ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਮਾਨਯੋਗ MLA ਸਰਦਾਰ ਜਗਸੀਰ ਸਿੰਘ ਜੀ ਦੇ ਔਰ ਸਾਡੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਸੁਰਜੀਤ ਸਿੰਘ ਜੀ ਦੇ, ਜਿਨ੍ਹਾਂ ਨੇ ਕਿ ਇੱਥੇ ਰਜਿੰਦਰਾ ਕਾਲਜ ਦੇ ਵਿੱਚ ਆ ਕੇ ਇਸ ਯੁਵਾ ਸੰਸਦ ਦੇ ਵਿੱਚ ਬਤੌਰ ਮੁੱਖ ਮਹਿਮਾਨ ਔਰ ਵਿਸ਼ੇਸ਼ ਮਹਿਮਾਨ ਇੱਥੇ ਪਧਾਰੇ ਹਨ। ਔਰ ਜਿਹੜੀ ਕਿ ਯੁਵਾ ਸੰਸਦ ਹੈ ਇਹ ਪਿਛਲੇ ਸਾਲ ਹੀ ਸ਼ੁਰੂ ਕੀਤੀ ਗਈ ਸੀ ਡਾਕਟਰ ਸੁਰਜੀਤ ਸਿੰਘ ਜੀ ਵੱਲੋਂ, ਔਰ ਉਸੇ ਨੂੰ ਹੀ ਅੱਗੇ ਲੈ ਕੇ ਜਾਂਦੇ ਹੋਏ ਐਤਕੀ ਸਾਲ ਵੀ ਅਸੀਂ ਇਸ ਯੁਵਾ ਸੰਸਦ ਦੀ ਲੜੀ ਨੂੰ ਅੱਗੇ ਹੀ ਰੱਖਿਆ, ਕਿਉਂਕਿ ਕਾਲਜ ਦੇ ਵਿੱਚ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦਾ ਇੱਕ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਹੈ ਜੋ ਕਿ ਬਹੁਤ ਹੀ ਪੁਰਾਣਾ ਚੱਲ ਰਿਹਾ ਹੈ, ਔਰ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦੇ ਵਿਦਿਆਰਥੀਆਂ ਨੂੰ ਖਾਸ ਕਰਕੇ ਫਸਟ ਹੈਂਡ ਇਨਫੋਰਮੇਸ਼ਨ ਦੇਣ ਦੇ ਲਈ ਇਸ ਤਰ੍ਹਾਂ ਦੇ ਉਪਰਾਲੇ ਬਹੁਤ ਜ਼ਰੂਰੀ ਹਨ। ਔਰ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਇਸ ਦੇ ਵਿੱਚ। ਵਿਰੋਧੀ ਧਿਰ ਨੇ ਵੀ, ਟ੍ਰੈਜਰੀ ਬੈਂਚ ਔਰ ਆਪੋਜੀਸ਼ਨ ਦੇ ਜਿਹੜੇ ਮੈਂਬਰਸ ਹਨ ਉਹਨਾਂ ਨੇ ਆਪਣੀ ਆਪਣੀ ਭੂਮਿਕਾ ਨੂੰ ਬਹੁਤ ਬਾਖੂਬੀ ਨਿਭਾਇਆ। ਔਰ ਮਾਨਯੋਗ ਮੁੱਖ ਦੇ ਵੱਲੋਂ
ਮੁੱਖ ਮਹਿਮਾਨ ਜੀ ਵੱਲੋਂ ਵੀ ਇਸ ਚੀਜ਼ ਨੂੰ ਬਹੁਤ ਸ਼ਲਾਘਾ ਗਿਆ। ਔਰ ਇਸ ਤੋਂ ਇਲਾਵਾ ਹੁਣ ਅਸੀਂ ਇੱਕ ਬੱਚਿਆਂ ਨੂੰ 1 ਤੋਂ 15 ਤੱਕ ਜੋ ਅਸੈਂਬਲੀ ਦਾ ਸੈਸ਼ਨ ਚੱਲ ਰਿਹਾ ਹੈ ਉਸ ਦੇ ਵਿੱਚ ਵੀ ਅਸੀਂ ਬੱਚਿਆਂ ਨੂੰ ਮਾਨਯੋਗ ਜਿਹੜੇ ਮੁੱਖ ਮਹਿਮਾਨ ਜੀ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਬੱਚਿਆਂ ਨੂੰ ਉੱਥੇ ਇਹ ਮੌਕਾ ਦਿੱਤਾ ਜਾਵੇ ਕਿ ਉਹ ਵਿਧਾਨ ਸਭਾ ਦਾ ਜਿਹੜਾ ਲਾਈਵ ਸੈਸ਼ਨ ਹੈ ਉਹ ਦੇਖ ਸਕਣ। ਔਰ ਉਹਨਾਂ ਨੇ ਹਾਮੀ ਭਰੀ ਹੈ ਔਰ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੱਚਿਆਂ ਨੂੰ ਉੱਥੇ ਭੇਜਾਂਗੇ ਤਾਂ ਕਿ ਉਹ ਇਸ ਚੀਜ਼ ਦੀ ਫਸਟ ਹੈਂਡ ਇਨਫੋਰਮੇਸ਼ਨ ਲੈ ਕੇ ਆ ਸਕਣ। ਔਰ ਕਿਉਂਕਿ ਇਹਨਾਂ ਯੁਵਾ ਵਿੱਚੋਂ ਹੀ ਆਉਣ ਵਾਲੇ ਨੇਤਾ ਮੁੱਖ ਮੰਤਰੀ ਜਿਹੜੇ ਹਨ ਉਹ ਪੈਦਾ ਹੋਣੇ ਹਨ, ਤਾਂ ਮੈਂ ਆਸ ਕਰਦੀ ਹਾਂ ਕਿ ਇਹ ਸਾਡਾ ਉਪਰਾਲਾ ਜਿਹੜਾ ਹੈ ਬੱਚਿਆਂ ਨੂੰ ਇੱਕ ਸੇਧ ਵੀ ਦੇਵੇਗਾ ਔਰ ਬੱਚਿਆਂ ਦੇ ਵਿੱਚ ਇੱਕ ਆਤਮ ਵਿਸ਼ਵਾਸ ਵੀ ਭਰੇਗਾ। ਧੰਨਵਾਦ। ਇਹ ਉਪਰਾਲਾ ਲਗਾਤਾਰ ਜਾਰੀ ਰਹੇਗਾ ਕਿ ਹਾਂਜੀ ਬਿਲਕੁਲ ਲਗਾਤਾਰ ਜਾਰੀ ਰਹੇਗਾ। ਅਗਲੇ ਸਾਲ ਵੀ ਅਸੀਂ ਇਸੇ ਤਰ੍ਹਾਂ ਹੀ ਕਰਾਵਾਂਗੇ ਕਿਉਂਕਿ ਪਿਛਲੇ ਸਾਲ ਅਸੀਂ ਸੰਸਦ ਦਾ ਪਾਰਲੀਮੈਂਟ ਦਾ ਸੈਸ਼ਨ ਕਰਵਾਇਆ ਸੀ, ਐਤਕੀ ਸਾਲ ਅਸੀਂ ਅਸੈਂਬਲੀ ਦਾ ਕਰਵਾਇਆ ਹੈ। ਅਗਲੇ ਸਾਲ ਫਿਰ ਅਸੀਂ ਪਾਰਲੀਮੈਂਟ ਦਾ ਕਰਾਵਾਂਗੇ ਤਾਂ ਕਿ ਬੱਚਿਆਂ ਨੂੰ ਦੋਨੋਂ ਸਦਨਾਂ ਦੇ ਬਾਰੇ ਜਾਣਕਾਰੀ ਮਿਲਦੀ ਰਹੇ। ਧੰਨਵਾਦ। ਨਵਦੀਪ ਸਿੰਘ ਜੀ। ਕੀ ਕਹਿਣਾ ਚਾਹੋਗੇ ਅੱਜ ਤੁਸੀਂ ਮੁੱਖ ਮੰਤਰੀ ਦੀ ਭੂਮਿਕਾ ਨਿਭਾਈ ਤੇ ਕਿਸ ਤਰ੍ਹਾਂ ਮੈਨੂੰ ਬਹੁਤ ਵਧੀਆ ਲੱਗਿਆ ਜੀ। ਇਹ ਸਾਡੇ ਮੈਮ ਪ੍ਰੋਫੈਸਰ ਬਲਵੀਰ ਕੌਰ ਜੀ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਜੀ ਤੇ ਬਹੁਤ ਘੈਂਟ ਲੱਗਾ ਜੀ, ਬਹੁਤ ਵਧੀਆ ਕੀਤਾ ਜੀ। ਬਸ ਮੈਡਮ ਸਦਕੇ ਸਭ ਕੁਝ ਜੀ, ਮਿਹਨਤ ਕਰਕੇ ਬਸ ਇੱਥੇ ਤੱਕ ਆਏ ਆ ਜੀ। ਅੱਗੇ ਤੁਸੀਂ ਖਬਰਾਂ 'ਚ ਹੀ ਦੇਖਦੇ ਸੀਗੇ ਜਾ ਕੇ ਤੇ ਉਹ ਕਿ ਅੱਜ ਤੁਸੀਂ ਖੁਦ ਹੀ ਮੁੱਖ ਮੰਤਰੀ ਜਾਂ ਮੰਤਰੀ MLA ਬਣ ਕੇ ਵੇਖਿਆ ਗਿਆ, ਕਿਸ ਤਰ੍ਹਾਂ ਮਹਿਸੂਸ ਹੈ? ਬਹੁਤ ਵਧੀਆ ਮਹਿਸੂਸ ਹੋਇਆ ਜੀ ਤੇ ਅੱਗੇ ਇਸ ਤਰ੍ਹਾਂ ਮਿਹਨਤ ਕਰਾਂਗੇ ਜੀ ਤੇ ਦੁਬਾਰੇ ਤੋਂ ਵੀ ਮੌਕਾ ਮਿਲੇ ਜੀ। ਪੁਨੀਤ ਕੀ ਕਹਿਣਾ ਚਾਹੋਗੇ ਜਿਵੇਂ ਅੱਜ ਤੁਸੀਂ ਪ੍ਰੋਗਰਾਮ ਪੇਸ਼ ਕੀਤਾ, ਮੰਤਰੀ ਬਣੇ ਹਾਂਜੀ ਤੇ ਕਿਸ ਤਰ੍ਹਾਂ ਦਾ ਲੱਗਿਆ? ਕਾਫੀ ਵਧੀਆ ਮਹਿਸੂਸ ਹੋਇਆ ਤੇ ਸਾਨੂੰ ਮਤਲਬ ਇਸ਼ੂ ਚੱਕਣ ਦੀ ਡਿਊਟੀ ਦਿੱਤੀ ਗਈ ਕਿ ਜੋ ਇਨਵਾਇਰਨਮੈਂਟ ਹੈ ਆਪਣਾ ਪੰਜਾਬ ਦਾ ਜਾਂ ਫਿਰ ਇੰਡੀਆ ਦਾ, ਉਹਦੇ ਵਿੱਚ ਕੀ ਇਸ਼ੂ ਹੈ, ਕੀ ਅਸੀਂ ਵਧੀਆ ਕਰ ਸਕਦੇ ਹਾਂ। ਤੇ ਇਸ ਦੇ ਵਿੱਚ ਜਿਵੇਂ ਕਿ ਮੈਨੇ ਐਂਟੀ ਚੀਟਿੰਗ ਬਿੱਲ ਪੇਸ਼ ਕੀਤਾ ਸੀਗਾ ਕਿ ਜਿਵੇਂ ਜਿਹੜੇ ਮਤਲਬ ਹੋਣਹਾਰ ਬੱਚੇ ਨੇ ਉਹਨਾਂ ਨੂੰ ਚੀਟਿੰਗ ਦੇ ਕਾਰਨ ਪਿੱਛੇ ਰਹਿ ਜਾਂਦੇ ਨੇ, ਤਾਂ ਉਵੇਂ ਹੀ ਸਾਨੂੰ ਕੀ ਹੈ ਅਸਲੀਅਤ ਦੇ ਵਿੱਚ ਵੀ ਸਾਨੂੰ ਐਵੇਂ ਹੀ ਕਰਨਾ ਚਾਹੀਦਾ। ਬਿਲਕੁਲ ਜੋ ਸਾਡੇ ਜਿਹੜਾ ਸੰਸਾਰ ਹੈ ਜਾਂ ਫਿਰ ਸਾਡਾ ਦੇਸ਼ ਹੈ ਉਹਦੇ ਵਿੱਚ ਜਿਹੜੇ ਖੋਟ ਨੇ ਉਹਨੂੰ ਸਹੀ ਕਰਨ ਦੇ ਲਈ ਸਾਨੂੰ ਇਸ਼ੂ ਜਾਂ ਫਿਰ ਬਿੱਲ ਉਹਨਾਂ ਨੂੰ ਅਸਲੀ ਚੀਜ਼ਾਂ ਦੇ ਉੱਪਰ ਸਾਨੂੰ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਮਤਲਬ ਕੋਈ ਹੋਰ ਅੱਡ ਚੀਜ਼ਾਂ ਦੇ ਉੱਪਰ। ਵਿਰੋਧੀ ਧਿਰ ਵੱਲੋਂ ਵੀ ਸਵਾਲ ਉਠਾਏ ਗਏ, ਵਧੀਆ ਮਸਲੇ ਉਠਾਏ ਗਏ। ਹਾਂਜੀ। ਇਸ ਤਰ੍ਹਾਂ ਲੱਗ ਰਿਹਾ ਵੀ ਕਿ ਵਿਧਾਨ ਸਭਾ 'ਚ ਵੀ ਇਸ ਤਰ੍ਹਾਂ ਹੋਣੇ ਚਾਹੀਦੇ। ਬਿਲਕੁਲ ਬਿਲਕੁਲ, ਅਗਰ ਐਵੇਂ ਵਿਰੋਧੀ ਧਿਰ ਆਪਣੀ ਐਕਚੁਅਲੀ ਡਿਵੈਲਪਮੈਂਟ ਵੱਲ ਕੰਮ ਕਰਨਗੇ ਅਤੇ ਪੋਲੀਟਿਕਸ ਦੇ ਵਾਂਗੂ ਨਹੀਂ ਕਰਨਗੇ ਕਿ ਮਤਲਬ ਜਿਹੜੀ ਡਿਵੈਲਪਮੈਂਟ ਵੱਲ ਕੰਮ ਕਰਨਗੇ ਸਾਡੇ ਪੰਜਾਬ ਦੇ ਜਾਂ ਫਿਰ ਇੰਡੀਆ ਵੀ ਜਿਵੇਂ ਆਪਾਂ ਕਹਿ ਸਕਦੇ ਹਾਂ, ਉਹ ਉਹਨਾਂ ਨੂੰ ਉਵੇਂ ਹੀ ਕੰਮ ਕਰਨਾ ਚਾਹੀਦਾ ਬਿਲਕੁਲ ਜੋ ਉਹਨਾਂ ਦੀ ਡਿਊਟੀ ਉਹਨਾਂ ਨੂੰ ਦਿੱਤੀ ਗਈ ਹੈ।